के नेड़े के दूर। जिनी नाम ते आया गए मुश्कित काल, नानक तिम खुजले किती छुटी नाल। वाहिगुरु जी का खालसा, वाहिगुरु जी की फतेह। वाहिगुरु जी, वाहिगुरु, वाहिगुरु। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद। चक्कर चिहन अर बरन जात अर पात नहन जिहे। रूप रंग अर रेख पेख को कह न सकत केहे। अचल मूरत अनभउ प्रकाश अमितोज कहिजै। कोट इंद्र इंद्राण साहे साहान गणिजै। त्रिभवन महीप सुर नर असुर। नेत नेत बन तृण कहत तव सर्वनाम कथै कवन। कर्म नाम वर्णत सुमत तव सर्वनाम कथै कवन। कर्म नाम वर्णत सुमत जिसके सिर ऊपर तू स्वामी। सो दुख कैसा पावै। बोल न जानै माया मद माता। मरना चीत न आवै। मेरे राम राए तू संता का संत तेरे। तेरे सेवक को भौ किश नाहि। जम नहीं आवे नेरे रहाओ। जो तेरे रंग राते स्वामी। तिनका जन्म मरण दुख नासा। तेरी बख्शना मिटै कोई। सतगुर का दिलासा। नाम ध्यायन सुख फल पायन। आठ पहर आराध है। तेरी शरण तेरे परवासै। पंच दुष्ट लै सद है। ज्ञान ध्यान किश कर्म न जाना। सार न जाना तेरी। सब ते वड्डा सतगुर नानक। जिन कल राखी मेरी। हम अवगुण भरे एक गुण। ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੁੱਲੇ। ਸੁਤ
ਸਦਾਰਾ ਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਤਰਾਸ ਮਿਟਾਈ। ਇਕ ਅਰਦਾਸ ਪਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ। ਸਕਹੁ ਟਲ ਗੁਰ ਸੇਵੀਐ ਅਹਲਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮਦੀ ਨੂਰ ਅਰਸੋ ਕੁਰਸੋ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਂਦੈ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪੰਜਵਾ। ਤੂੰ ਜਾਣਾ ਇਹ ਤਾ ਕੋਈ ਜਾਣੈ। ਤੇਰਾ ਦੀਆ ਨਾਮ ਵਖਾਣੈ। ਤੂੰ ਜਾਣਾ ਇਹ ਤਾ ਕੋਈ ਜਾਣੈ। ਤੇਰਾ ਦੀਆ ਨਾਮ ਵਖਾਣੈ। ਤੂੰ ਅਚਰਜ ਕੁਦਰਤ ਤੇਰੀ ਬਿਸਮਾ ਰਹਾਉ। ਤੁਧ ਆਪੇ ਕਾਰਣ ਆਪੇ ਕਰਣਾ। ਹੁਕਮੇ ਜੰਮਣਾ ਹੁਕਮੇ ਮਰਣਾ। ਨਾਮ ਤੇਰਾ ਮਨ ਤਨ ਆਧਾਰੀ। ਨਾਨਕ ਦਾਸ ਬਖਸ਼ੀਸ ਤੁਮਾਰੀ। ਨਾਮ ਤੇਰਾ ਮਨ ਤਨ ਆਧਾਰੀ। ਨਾਨਕ ਦਾਸ ਬਖਸ਼ੀਸ ਤੁਮਾਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਘਰ ਨੌ ਨਿਤ ਆਵੈ ਤਾਏ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਦੀ ਪਵਿੱਤਰ ਧਰਤੀ, ਸ਼ਹੀਦਾਂ ਦੀ ਧਰਤੀ, ਆਪ ਸੰਗਤ ਰੂਪ ਸੰਤ ਮਹਾਤਮਾ ਜਿਹੜੇ ਨਿਤਾਂ ਪ੍ਰਤੀ ਇੱਥੇ ਹਾਜ਼ਰੀਆਂ ਭਰਦੇ ਹੋ, ਇਹ ਵੀ ਧਰਤੀ ਪਵਿੱਤਰ ਹੈ ਖਾਲਸਾ ਜੀ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੈ, ਉਹ ਵੀ ਧਰਤੀ ਪਵਿੱਤਰ ਹੈ। ਇਸੇ ਤਰ੍ਹਾਂ ਜਿਸ ਹਿਰਦੇ ਵਿੱਚ ਰੱਬ ਦਾ ਨਾਮ ਵਸ ਗਿਆ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿਹਦੇ ਮਨ ਵਿੱਚ ਵੀ ਰੱਬ ਦਾ ਨਾਮ ਵਸ ਗਿਆ ਨਾ, ਉਹ ਵੀ ਧਰਤੀ ਹੈ, ਉਹ ਵੀ ਖਾਲਸਾ ਦੀ ਜਗ੍ਹਾ ਹੈ, ਤੇ ਉਹ ਵੀ ਹਿਰਦਾ ਪਵਿੱਤਰ ਸ਼ੁੱਧ ਹੋ ਜਾਵੇਗਾ। ਇਸ ਕਰਕੇ ਆਪ ਸਮੂਹ ਸੰਗਤਾਂ ਸਾਧ ਸੰਗਤ ਕਰਦੇ ਹੋਏ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਬਚਨਾਂ ਉੱਤੇ ਪਹਿਰਾ ਦਿੰਦੇ ਹੋਏ, ਇਹ ਬਚਨ ਹਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ, ਕਿ ਜਿਹੜਾ ਕੋਈ ਸ਼ਰਧਾ ਸਤਿਕਾਰ ਨਾਲ
ਇਸ ਸਰੋਵਰ ਵਿੱਚ ਇਸ਼ਨਾਨ ਕਰੇਗਾ ਉਹਦੇ ਦੁੱਖ ਦੂਰ ਹੋਣਗੇ। ਬਚਨ ਅੱਜ ਵੀ ਹੈ। ਕਈ ਕਿੰਤੂ ਪਰੰਤੂ ਕਰਨ ਵਾਲੇ ਨਾਸਤਿਕ ਬਿਰਤੀ ਹੁੰਦੀ ਹੈ, ਜਿਹਨੂੰ ਕਹਿੰਦੇ ਭ੍ਰਾਂਤੀਆਂ। ਉਹ ਕਹਿੰਦੇ ਜੀ ਪਾਣੀ ਤਾਂ ਲੰਘ ਗਿਆ, ਉਹ ਜਲ ਤਾਂ ਲੰਘ ਗਿਆ। ਨਹੀਂ, ਜਲ ਤਾਂ ਸਾਰੇ ਲੰਘਦੇ ਜਾਣਗੇ, ਪਰ ਬਚਨ ਅੰਮ੍ਰਿਤ ਵਰਗਾ ਉਹ ਬ੍ਰਹਮੰਡ ਵਿੱਚ ਫੈਲਿਆ ਹੁੰਦਾ ਹੈ। ਸਾਇੰਟਿਸਟ ਵੀ ਇਹ ਖੋਜ ਕਰਕੇ ਥੱਕ ਗਏ, ਪਰ ਥੋੜ੍ਹਾ ਜਿਹਾ ਨਿਰਣਾ ਉਹਨਾਂ ਨੇ ਕੱਢਿਆ, ਬੰਦੇ ਦੀ ਆਵਾਜ਼ ਕਦੀ ਖਤਮ ਨਹੀਂ ਹੁੰਦੀ। ਆਮ ਬੰਦੇ ਦੀ ਆਵਾਜ਼ ਵੀ, ਉਹ ਵੀ ਖਾਲਸਾ ਜੀਓ ਪੂਰੇ ਬ੍ਰਹਮੰਡ ਵਿੱਚ ਫੈਲ ਜਾਂਦੀ ਹੈ। ਤੇ ਰੱਬ ਦੀ ਆਵਾਜ਼ ਤਾਂ ਖਾਲਸਾ ਜੀਓ ਗੁਰੂ ਪਾਤਸ਼ਾਹ ਦੀ ਆਵਾਜ਼ ਅੰਮ੍ਰਿਤਮਈ ਬਚਨ। ਬਚਨ ਹੈ ਪਾਤਸ਼ਾਹ ਦੇ ਵੀ ਜਿਹੜਾ ਇਸ਼ਨਾਨ ਕਰੇਗਾ ਉਹਦੇ ਦੁੱਖ ਦੂਰ ਹੋਣਗੇ। ਬਚਨ ਹਰ ਵੇਲੇ ਰਹਿਣਗੇ। ਉਹ ਪਾਣੀ ਜਾਂਦਾ ਰਹੇਗਾ, ਜਲ ਜਾਂਦਾ ਰਹੇਗਾ, ਪਰ ਬਚਨ ਹੈ ਨਾ ਪਾਤਸ਼ਾਹ ਦੇ, ਉਹ ਬਚਨ ਦੁੱਖ ਨਿਵਾਰਨ ਹਨ। ਸ਼ਰਧਾ ਦੁੱਖ ਨਿਵਾਰਨ ਹੈ, ਉਹ ਸ਼ਰਧਾ ਨਹੀਂ। ਕਈ ਤਾਂ ਰੋਜ਼ ਹੀ ਇਸ਼ਨਾਨ ਕਰਦੇ, ਸ਼ਰਧਾ ਹੈ ਰੋਜ਼ ਹੀ ਦੁੱਖ ਦੂਰ ਹੋਈ ਜਾਂਦੇ ਉਹਨਾਂ ਦੇ। ਖਾਲਸਾ ਜੀ ਪ੍ਰੇਮ ਹੈ ਕਿ ਮੇਰੇ ਗੁਰੂ ਪਾਤਸ਼ਾਹ ਦੇ ਬਚਨ ਹਨ ਕਿ ਪਾਤਸ਼ਾਹ ਕਿਰਪਾ ਕਰੋ, ਜਿਹੜਾ ਇਹ ਵਾਇਰਸ ਆਇਆ ਹੋਇਆ ਹੈ ਇਹਨੂੰ ਠੱਲ ਪਾਓ ਮਹਾਰਾਜ। ਸਾਰੇ ਦੁਖੀ ਹੋ ਗਏ ਹਨ ਇਸ ਤੋਂ। ਖਾਲਸਾ ਜੀ ਪਤਾ ਹੈ ਕੋਈ ਬੋਲਣ ਨਹੀਂ ਦੇ ਰਿਹਾ, ਮੂੰਹ 'ਤੇ ਪੱਟੀ ਬੰਨ੍ਹਤੀ। ਇਸ ਕਰਕੇ ਤਾਂ ਹੀ ਹੈ ਨਾ ਖਾਲਸਾ ਜੀ, ਜੇ ਬੰਦਾ ਬੋਲੇਗਾ ਕੋਈ ਪੈਸਾ ਪੂਸਾ ਆਵੇਗਾ ਉਹਦੇ ਕੋਲ, ਕੰਮ ਕਾਜ ਚੱਲੇਗਾ। ਦੁਕਾਨਦਾਰੀਆਂ ਸਭ ਦੀਆਂ ਠੱਪ ਪਈਆਂ। ਖਾਲਸਾ ਜੀ ਉਹ ਗੁਰੂ ਘਰ ਵੀ ਕਈ ਡਰਦੇ ਮਾਰੇ ਨਹੀਂ ਆ ਰਹੇ, ਪਰ ਇੱਕ ਸ਼ਰਧਾ ਰੱਖਣਾ, ਜਿਹੜਾ ਦਿਲੋਂ ਜੁੜਿਆ ਬਾਣੀ ਨਾਲ ਉਹਦੇ ਕੋਲ ਨਹੀਂ ਆਉਂਦਾ। ਹਾਂ ਆ ਵੀ ਜਾਂਦਾ ਹੈ, ਉਹਦੇ ਚਰਨਾਂ ਨੂੰ ਛੂਹ ਕੇ ਚਲਾ ਜਾਂਦਾ ਹੈ। ਖਾਲਸਾ ਜੀ ਵੀ ਵਿਧੀ ਹੁੰਦੀ ਹੈ ਕਿ ਉਹਦੇ ਕਹਿ ਲਓ ਸਰੀਰ ਨੂੰ ਸਪਰਸ਼ ਕਰਕੇ ਕਹਿੰਦਾ ਮਹਾਂਪੁਰਸ਼ੋ ਤੁਹਾਡੇ ਸਰੀਰ ਨੂੰ ਸਪਰਸ਼ ਕਰਨ ਵਾਸਤੇ ਆਇਆ, ਬਸ ਉਹ ਲੰਘ ਜਾਂਦਾ ਥੋੜ੍ਹਾ ਜਿਹਾ ਆਪਣਾ ਕੰਮ ਕਰਕੇ। ਇਹਨੇ ਆਪਣਾ ਕੰਮ ਤਾਂ ਮਾੜਾ ਮੋਟਾ ਕਰਨਾ ਹੀ ਹੈ ਨਾ, ਪਰ ਗੁਰੂ ਕੇ ਪਿਆਰੇ ਜਿਹੜੇ ਨਾਮ ਨਾਲ ਜੁੜੇ ਹੋਏ, ਵਾਹਿਗੁਰੂ ਬਾਣੀ ਨਾਲ ਜੁੜੇ ਹੋਏ, ਆਨੰਦ ਨਾਲ ਜੁੜੇ ਹੋਏ, ਉਹਨਾਂ ਕੋਲ ਆਨੰਦ ਹੀ ਰਹੇਗਾ, ਦੁੱਖ ਨਹੀਂ ਆਵੇਗਾ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ, ਤੇਗ ਬਹਾਦਰ ਸਿਮਰਿਐ। ਘਰ ਨੌ ਨਿਧ ਆਵੈ ਤਾਏ, ਘਰ ਨੌ ਨਿਧ ਆਵੈ ਤਾਏ, ਘਰ ਨੌ ਨਿਧ ਆਵੈ ਤਾਏ, ਘਰ ਨੌ ਨਿਧ ਆਵੈ ਤਾਏ। ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਘਟਨਾ ਚੇਤੇ ਆ ਗਈ। ਜਦੋਂ ਪਾਤਸ਼ਾਹ ਮਾਲਵੇ ਦੇ ਵੱਲ ਗਏ ਸਨ, ਲਗਭਗ ਇਹ ਘਟਨਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਦੀ। ਅਨੰਦਪੁਰ ਸਾਹਿਬ ਨਗਰ ਵਸਾਇਆ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ। ਤੁਹਾਡੀ ਜਾਣਕਾਰੀ ਲਈ 2020 ਤੇ 2021 ਇੱਕ ਸਾਲ ਪੂਰਾ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਉਹ ਸ਼ਤਾਬਦੀ ਮਨਾਈ ਜਾ ਰਹੀ। ਖਾਲਸਾ ਜੀ ਇਸੇ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੀ ਕਹਿ ਲਓ 100 ਸਾਲਾ ਜੇ ਕਹਿ ਲਓ ਇਹ ਕਮੇਟੀ ਬਣੇ ਨੂੰ ਹੋ ਗਏ ਹਨ, ਇਹ ਵੀ ਸ਼ਤਾਬਦੀ ਹੈ। ਇਸੇ ਤਰ੍ਹਾਂ 650 ਸਾਲਾ ਭਗਤ ਨਾਮਦੇਵ ਜੀ ਦਾ ਆਗਮਨ ਦਿਹਾੜਾ, ਉਹ ਵੀ 650 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ। ਇਸੇ ਸਾਲ ਰਹੋ ਵਿਚਾਰ ਗੁਰੂ ਤੇਗ ਬਹਾਦਰ ਪਾਤਸ਼ਾਹ, ਜਦੋਂ ਮਹਾਰਾਜ ਇੱਕ ਪਿੰਡ ਹੈ ਬਰਨਾਲੇ ਦੇ ਕੋਲ, ਇੱਥੇ ਪਹੁੰਚੇ ਖਾਲਸਾ ਜੀਓ। ਅਜੇ ਪਿੰਡ ਤੋਂ ਬਾਹਰ ਮਹਾਰਾਜ ਜੀ ਨੇ ਟਿਕਾਣਾ ਕੀਤਾ, ਅੰਦਰ ਨਹੀਂ ਗਏ। ਬਚਨ ਸੀ ਪਾਤਸ਼ਾਹ ਦਾ, ਪਿੰਡ ਦੇ ਅੰਦਰ ਤਾਂ ਜਾਣਾ ਹੈ ਜੇ ਕੋਈ ਬੁਲਾਵੇਗਾ, ਆਪਣੇ ਆਪ ਨਹੀਂ ਜਾਣਾ। ਤੇ ਪਾਤਸ਼ਾਹ ਪਿੰਡ ਦੇ ਬਾਹਰ ਉੱਥੇ ਟਿਕਾਣਾ ਕੀਤਾ। ਨਾਲ ਮਾਤਾ ਗੋਜਰੀ ਜੀ, ਮਾਤਾ ਨਾਨਕੀ ਜੀ,
ਮਾਮਾ ਕਿਰਪਾਲ ਚੰਦ, ਭਾਈ ਮਤੀ ਦਾਸ ਜੀ, ਸਤੀ ਦਾਸ ਜੀ, ਭਾਈ ਦਿਆਲਾ ਜੀ, ਹੋਰ ਸੰਗਤਾਂ ਬਹੁਤ ਨਾਲ। ਤੇ ਪਾਤਸ਼ਾਹ ਇੱਥੇ ਰੁਕੇ। ਉੱਥੇ ਕੀ ਹੋਇਆ, ਇੱਕ ਬੰਦਾ ਤੜਫਦਾ ਪਿਆ, ਬਹੁਤ ਜ਼ਿਆਦਾ ਤੜਫੇ। ਗਲੇ ਨੂੰ ਪਕੜਿਆ ਉਹਨੇ, ਕਦੀ ਲੇਟਦਾ ਹੈ, ਕਦੀ ਬਹਿੰਦਾ ਹੈ, ਕਦੀ ਕੀ ਕਰਦਾ ਹੈ, ਬੈਠਿਆ ਵੀ ਨਹੀਂ ਜਾਂਦਾ, ਖੜਿਆ ਹੋਇਆ ਵੀ ਨਹੀਂ ਜਾਂਦਾ ਉਸ ਤੋਂ ਖਾਲਸਾ ਜੀਓ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਪੁੱਛਣ ਲੱਗੇ, ਨਾਲ ਇੱਕ ਬੰਦਾ ਖੜਾ ਸੀ, ਵੀ ਕੌਣ ਹੈ ਬੰਦਾ ਇਹ, ਇਤਨਾ ਤੜਫ ਰਿਹਾ ਹੈ, ਜਿਵੇਂ ਅੱਜ ਕੱਲ੍ਹ ਕਰੋਨਾ ਵਾਇਰਸ ਹੈ ਨਾ, ਇਸ ਤੋਂ ਵੀ ਭਿਆਨਕ ਬਿਮਾਰੀ ਸੀ। ਉਹ ਕਹਿਣ ਲੱਗਾ, ਮਹਾਰਾਜ ਜੀ ਇਹ ਬੰਦਾ ਕੁਛ ਮਿੰਟਾਂ ਦਾ ਮਹਿਮਾਨ ਹੈ ਬਸ। ਪਾਤਸ਼ਾਹ ਇਹਨੂੰ ਇਤਨਾ ਤਾਪ ਚੜ੍ਹਿਆ ਹੋਇਆ ਹੈ, ਤਾਪ ਉਤਰਦਾ ਹੀ ਨਹੀਂ, ਕਈ ਦਿਨ ਹੋ ਗਏ ਮਹਾਰਾਜ। ਨਾ ਇਹ ਬੈਠਣ ਜੋਗਾ, ਨਾ ਇਹ ਮਹਾਰਾਜ ਖੜੇ ਹੋਣ ਜੋਗਾ ਹੈ। ਤੇ ਪਾਤਸ਼ਾਹ ਇਹਦਾ ਹਾਲ ਨਹੀਂ, ਸਾਰੇ ਪਿੰਡ ਦਾ ਇਹੀ ਹਾਲ ਹੈ। ਪਾਤਸ਼ਾਹ ਕਿਰਪਾ ਕਰੋ, ਤੁਸੀਂ ਆਪਣੇ ਕੋਈ ਬਚਨ ਕਰੋ, ਇਹ ਠੀਕ ਹੋ ਜਾਵੇਗਾ। ਹੁਣ ਪਾਤਸ਼ਾਹ ਦੇ ਮਨ ਵਿੱਚ ਦਇਆ ਆਈ। ਸੰਤ ਮਹਾਤਮਾ ਹਮੇਸ਼ਾ ਸਭ ਤੇ ਦਇਆ ਕਰਦੇ ਹਨ, ਕੁਦਰਤੀ ਸੁਭਾਅ ਹੈ ਖਾਲਸਾ ਜੀ। ਜਿਹੜਾ ਦਿਆਲੂ ਨਾ ਹੋਵੇ ਨਾ, ਉਹ ਸੰਤ ਨਹੀਂ ਹੁੰਦਾ। ਕਿਉਂਕਿ ਧੌਲ ਧਰਮ ਦਇਆ ਕਾ ਪੂਤ, ਸੰਤ ਹੈ ਧਰਮ। ਧਰਮ ਖਾਲਸਾ ਜੀ ਉਹਦਾ ਪਹਿਲਾ ਮੂਲ ਅੰਗ ਹੈ ਦਇਆ। ਦਇਆ ਮਨ ਵਿੱਚ ਆਈ, ਬਚਨ ਕੀਤਾ ਵੀ ਇਸ ਸਰੋਵਰ ਦੇ ਵਿੱਚ, ਉਦੋਂ ਖਾਲਸਾ ਛੱਪੜੀ ਜੀ ਛੋਟੀ ਜਿਹੀ ਸੀ, ਜਿਵੇਂ ਗੁਰ ਇਹ ਪਾਵਨ ਸਥਾਨ ਦੁੱਖ ਨਿਵਾਰਨ ਸਾਹਿਬ, ਵੀ ਇੱਥੇ ਇਹਨੂੰ ਇਸ਼ਨਾਨ ਕਰਾਓ। ਚੁੱਕੋ ਫਟਾਫਟ ਇਹਨੂੰ, ਚੁੱਕ ਕੇ ਹੁਣੇ ਪਾਓ, ਬਸ ਪਾਣਾ ਸ਼ਰਧਾ ਨਾਲ। ਤੇ ਇੱਧਰ ਪਾਤਸ਼ਾਹ ਨੇ ਮਿਹਰ ਭਰੀ ਨਿਗਾਹ ਪਾਈ ਜਲ ਵਿੱਚ। ਹੈ ਉਹ ਆਮ ਛੱਪੜ ਜਿਹਾ ਸੀ, ਜੇ ਕਹਿ ਲਓ ਪਾਣੀ ਦਾ ਟੋਭਾ ਜਿਹਾ ਲਾ ਲਓ, ਛੋਟਾ ਜਿਹਾ ਸੀ ਉਦੋਂ ਦਾ। ਮਿਹਰ ਭਰੀ ਨਿਗਾਹ ਗੁਰੂ ਪਾਤਸ਼ਾਹ ਦੇ ਹਿਰਦੇ ਵਿੱਚੋਂ ਜਿਹੜਾ ਅੰਮ੍ਰਿਤ ਅੱਖਾਂ ਰਾਹੀਂ ਗਿਆ ਨਾ, ਉਹ ਦੋ ਬੰਦਿਆਂ ਨੇ ਚੁੱਕ ਕੇ ਉਹਨੂੰ ਫਟਾਫਟ ਕਹਿ ਲਓ ਨਾਲ ਹੀ ਪਾਣੀ 'ਚ ਉੱਥੇ ਪਾਇਆ। ਪਰ ਜਦੋਂ ਬਾਹਰ ਕੱਢਿਆ, ਠੀਕ ਠਾਕ, ਜਿਹੜਾ ਹੱਥ ਹਿਲਾਉਣ ਜੋਗਾ ਨਹੀਂ ਸੀ, ਜਿਹਨੂੰ ਦੋ ਬੰਦਿਆਂ ਨੇ ਪਕੜ ਕੇ ਖਾਲਸਾ ਜੀਓ ਪਾਣੀ ਵਿੱਚ ਚੁੱਕ ਕੇ ਪਾਇਆ, ਜਦੋਂ ਉੱਠਿਆ ਬਿਲਕੁਲ ਬੁਖਾਰ ਵੀ ਨਹੀਂ, ਗਲਾ ਵੀ ਉਹਦਾ ਖਾਲਸਾ ਜੀ ਕਹਿ ਲਓ ਸਾਹ ਮਸੇ ਆ ਰਹੇ ਸਨ, ਬਿਲਕੁਲ ਠੀਕ ਠਾਕ ਉੱਠ ਕੇ ਮੱਥਾ ਟੇਕਣ ਲੱਗਾ। ਪਾਤਸ਼ਾਹ ਕਹਿਣ ਲੱਗੇ, ਭਾਈ ਵਾਹਿਗੁਰੂ ਜਪਿਆ ਕਰ, ਬਸ ਰੱਬ ਦਾ ਭਜਨ ਕਰਿਆ ਕਰ, ਉਹਦਾ ਸ਼ੁਕਰ ਕਰ ਅਕਾਲ ਪੁਰਖ ਦਾ, ਉਹਦੀ ਕਿਰਪਾ ਨਾਲ ਠੀਕ ਹੋਇਆ। ਜਿੱਥੋਂ ਬੰਦਾ ਬਖਸ਼ਿਸ਼ ਲਵੇ ਨਾ, ਤੇ ਉਹਦਾ ਕਦੀ ਖਾਲਸਾ ਜੀਓ ਸ਼ੁਕਰਾਨਾ ਕਰਨਾ ਨਾ ਭੁੱਲ ਜਾਵੇ। ਬਸ ਇਹ ਗੱਲ ਧਿਆਨ ਰੱਖੀਏ। ਅਸੀਂ ਅਕਿਰਤ ਕਣ ਬਣ ਜਾਂਦੇ ਹਾਂ। ਹਰ ਰੋਜ਼ ਦਾਤਾ ਇੱਥੋਂ ਲੈਂਦੇ ਹਾਂ ਪਾਤਸ਼ਾਹ ਕੋਲ, ਤੇ ਪਹੁੰਚ ਜਾਂਦੇ ਹਾਂ ਵੀਰਵਾਰ ਨੂੰ ਕਿਤੇ ਹੋਰ ਥਾਂ ਤੇ। ਨਾ ਭਾਈ, ਇੱਕ ਥਾਂ ਤੇ। ਹਾਂ, ਉੱਥੋਂ ਲੈਣਾ ਉੱਥੋਂ ਲੈ ਲਓ, ਉੱਥੋਂ ਵੀ ਤੁਹਾਨੂੰ ਮਿਲੇਗਾ। ਪਰ ਇੱਥੋਂ ਜਿਹੜੇ ਭੰਡਾਰੇ ਮਿਲਦੇ ਹਨ ਖਾਲਸਾ ਜੀਓ, ਸਾਰੇ ਭੰਡਾਰੇ ਘਰ ਨੌ ਨਿਤ ਆਵੈ ਧਾਏ। ਆਪਣੇ ਆਪ ਧਾਏ ਦਾ ਅਰਥ ਕੀ ਹੈ? ਧੱਕੇ ਮਾਰ ਕੇ ਆਉਣਾ। ਧਾਏ ਦਾ ਅੱਖਰੀ ਅਰਥ ਹੈ ਧਾਵਨ, ਦੌੜਨਾ। ਸੰਸਕ੍ਰਿਤ ਦਾ ਸ਼ਬਦ ਹੈ। ਧਾਵਨ ਕਹਿੰਦੇ ਧੱਕਾ ਮਾਰਨਾ, ਦੌੜ ਕੇ ਆਉਣਾ। ਉਹ ਨੌ ਨਿਧੀਆਂ ਦੇ ਧੱਕੇ ਮਾਰ ਕੇ ਆਉਣ ਨੂੰ ਤਿਆਰ ਹਾਂ, ਵੀ ਚੱਲ ਦਰਵਾਜ਼ਾ ਖੋਲ। ਗੁਰੂ ਕਾ ਪਿਆਰਾ ਕਹਿੰਦਾ ਬਸ ਕਰ ਓਏ, ਮੇਰੇ ਕੋਲ ਗੁਰੂ ਤੇਗ ਬਹਾਦਰ ਪਾਤਸ਼ਾਹ ਹਨ, ਉਹ ਆਪੇ ਭੰਡਾਰਿਆਂ ਦੇ ਮਾਲਕ ਹਨ। ਸਭ ਥਾਈ ਹੋਏ ਸਹਾਏ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜਦੋਂ ਇਹ ਭਾਣਾ ਵਰਤਾਇਆ ਨਾ, ਉਹ ਬੰਦਾ ਜਿਹੜਾ ਠੀਕ ਹੋਇਆ ਪਿੰਡ ਵਿੱਚ ਚਲਾ ਗਿਆ। ਸਭ ਨੂੰ ਕਹਿਣ ਲੱਗਾ, ਭਾਈ ਜਿਹਨੇ ਠੀਕ ਹੋਣਾ ਫਟਾਫਟ ਕਰੋ, ਦੇਰੀ ਨਾ ਲਾਓ। ਸੰਤ ਮਹਾਤਮਾ ਕੋਈ ਬਾਹਰ ਆਪਣੇ ਪਿੰਡ ਦੇ ਆਏ ਹਨ, ਉਹਨਾਂ ਤੋਂ ਆ ਕੇ ਬਖਸ਼ਿਸ਼ ਲੈ ਲਓ ਬਸ। ਤੇ ਗੁਰੂ ਕੇ ਪਿਆਰੇ ਜਿਹੜੇ ਜਿਹੜੇ ਬਿਮਾਰ ਸਨ, ਉਹਨਾਂ ਚੁੱਕ ਚੁੱਕ ਕੇ ਉਹਨਾਂ ਦੇ ਬੰਦੇ ਉਹ ਲਿਆਈ ਗਏ। ਮਹਾਰਾਜ ਇਹਨੂੰ ਵੀ ਠੀਕ ਕਰੋ, ਇਹਨੂੰ ਵੀ ਠੀਕ ਕਰੋ। ਪਾਤਸ਼ਾਹ ਕਹਿੰਦੇ, ਭਾਈ ਫਿਰ ਸ਼ਰਧਾ ਨਾਲ ਇਸ਼ਨਾਨ ਕਰੀ ਜਾਓ, ਇੱਥੋਂ ਦੇਖਣਾ ਨਾ ਪਾਣੀ ਐਸਾ ਮਰਜ਼ੀ ਹੈ। ਬਸ ਪਾਤਸ਼ਾਹ ਨੇ ਮਿਹਰ ਭਰੀ ਨਿਗਾਹ ਪਾਈ ਗਏ ਤੇ ਬਚਨ ਕੀਤਾ, ਜਿਹੜਾ ਇੱਥੇ ਇਸ਼ਨਾਨ ਕਰੇਗਾ ਉਹਦੇ ਦੁੱਖ ਦੂਰ ਹੋਣਗੇ।
ਬਚਨ ਹੈ ਗੁਰੂ ਤੇਗ ਬਹਾਦਰ ਦੇ। ਬਚਨ ਅੱਜ ਵੀ ਹਰ ਥਾਂ ਤੇ ਪ੍ਰਫੁੱਲਿਤ। ਸ੍ਰੀ ਅੰਮ੍ਰਿਤਸਰ ਸਾਹਿਬ ਅੰਮ੍ਰਿਤਮਈ ਬਾਣੀ ਦਾ ਜਾਪ, ਰਾਮਦਾਸ ਸਰੋਵਰ ਨਾਤੇ, ਸਭ ਉਤਰੇ ਪਾਪ ਕਮਾਤੇ। ਸ੍ਰੀ ਦੁਖ ਨਿਵਾਰਨ ਸਾਹਿਬ ਕਿ ਪਾਤਸ਼ਾਹ ਦਾ ਬਚਨ ਵੀ ਜਿਹੜਾ ਇਸ਼ਨਾਨ ਕਰੇਗਾ ਸ਼ਰਧਾ ਨਾਲ ਉਹਦੇ ਦੁੱਖ ਦੂਰ ਹੋਣਗੇ। ਗੁਰਦੁਆਰਾ ਬੰਗਲਾ ਸਾਹਿਬ ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦਰਸ਼ਨ ਕਰਨ ਨਾਲ ਹੀ ਦੁੱਖ ਦੂਰ। ਚਲੋ ਕਈ ਇਸ਼ਨਾਨ ਨਹੀਂ ਕਰ ਸਕਦੇ, ਸਰਦੀ 'ਚ ਤਾਂ ਔਖਾ ਹੁੰਦਾ ਨਾ, ਕਹਿੰਦੇ ਪਾਤਸ਼ਾਹ ਦਰਸ਼ਨ ਹੀ ਦੇ ਦਿਓ। ਮਾਰ ਕਹਿੰਦੇ ਜਾ ਦਰਸ਼ਨ ਕਰਕੇ ਨਿਹਾਲ। ਪਰ ਭਾਵਨਾ ਦੀਏ ਖਾਲਸਾ ਜੀ, ਜਿਤਨੀ ਸ਼ਰਧਾ ਭਾਵਨਾ ਉਤਨੀ ਛੇਤੀ ਦੁੱਖ ਰੋਗ ਠੀਕ ਹੋਵੇਗਾ। ਬਸ ਗੱਲ ਇਤਨੀ ਹੈ। ਬਸ ਅੱਖੋ ਸਤਨਾਮ ਸ਼੍ਰੀ ਵਾਹਿਗੁਰੂ। ਸਿਆਣੇ ਦੀ ਕਹਾਵਤ, ਜਿਤਨਾ ਗੁੜ ਪਾਓ ਉਤਨਾ ਮਿੱਠਾ। ਜਿਤਨੀ ਸ਼ਰਧਾ ਜਿਤਨਾ ਪ੍ਰੇਮ, ਤੇ ਉਸੇ ਵੇਲੇ ਚੜ੍ਹਦੀ ਕਲਾ ਪਾਤਸ਼ਾਹ ਦੇ ਘਰ ਹੈ। ਭੰਡਾਰੇ ਇਹ ਕੋਈ ਅਤ ਕਥਨੀ ਨਹੀਂ ਹੈ, ਸੱਚਾਈ ਹੈ। ਦੁਨੀਆ ਦੀ ਕਿਤਾਬਾਂ 'ਤੇ ਲਿਖਿਆ ਹੁੰਦਾ ਹੈ ਅਤ ਕਥਨੀ, ਪਰ ਇਹ ਤੇ ਅਤ ਕਥਨੀ ਤੋਂ ਵੱਡੀ ਗੱਲ ਹੈ ਖਾਲਸਾ ਜੀ। ਬਸ ਸਭ ਕੁਛ ਹੈ ਇੱਥੇ। ਕੀ ਹੈ? ਗੁਰੂ ਤੇਗ ਬਹਾਦਰ ਪਾਤਸ਼ਾਹ ਸਭ ਦੀ ਝੋਲੀਆਂ ਭਰੀ ਜਾਣ, ਸਭ ਦੇ ਦੁੱਖ ਦੂਰ ਹੋਣ। ਅੱਜ ਪੰਚਮੀ ਦਾ ਦਿਹਾੜਾ, ਆਪ ਸੰਗਤਾਂ ਨਤਮਸਤਕ ਹੋ ਰਹੀਆਂ ਹਨ। ਘਬਰਾਉਣਾ ਨਹੀਂ, ਕੁਛ ਨਹੀਂ ਹੁੰਦਾ ਖਾਲਸਾ ਜੀ, ਪਰ ਸ਼ਰਧਾ ਰੱਖਣਾ। ਹੋ ਵੀ ਜਾਏਗਾ, ਠੀਕ ਹੋ ਕੇ ਚਲਾ ਜਾਵੇਗਾ ਖਾਲਸਾ ਜੀ। ਉਹਨੇ ਆਪਣਾ ਕਹਿ ਲਓ ਕੰਮ ਕਾਜ ਕਰਨਾ ਥੋੜੇ ਦਿਨ, ਪਰ ਚੜ੍ਹਦੀ ਕਲਾ 'ਚ ਰੱਖਣਾ। ਦੇਹ ਸ਼ਿਵਾ ਬਰ ਮੋਹਿ ਹੈ, ਸ਼ੁਭ ਕਰਮ ਤੇ ਕਬਹੂ ਨਾ ਟਰੋ, ਨਾ ਡਰੋ ਅਰ ਸਿਉ ਜਬ ਜਾਏ ਲਰੋ, ਨਿਸ਼ਚੈ ਕਰ ਆਪਣੀ ਜੀਤ ਕਰੋ। ਇਹ ਬਾਣੀ ਹੈ ਜਿਹੜੀ ਬੰਦੇ ਦੀ ਇਮਿਊਨਿਟੀ ਨੂੰ ਵਧਾਉਂਦੀ ਖਾਲਸਾ ਜੀ। ਵਿਲ ਪਾਵਰ, ਜੇ ਵਿਲ ਪਾਵਰ ਘਟ ਗਈ ਤਾਂ ਬੰਦਾ ਵੈਸੇ ਹੀ ਮਰ ਜਾਂਦਾ ਸੋਚ ਸੋਚ ਕੇ। ਤੇ ਵਿਲ ਪਾਵਰ ਖਾਲਸਾ ਜੀ ਬਾਣੀ ਕਰਕੇ ਵੱਧਦੀ ਹੈ। ਇਹ ਬਾਣੀ ਦਾ ਜਾਪ ਕਰੀਏ, ਸਿਮਰਨ ਕਰੀਏ, ਸੰਗਤ ਕਰੀਏ, ਆਪੇ ਪਾਤਸ਼ਾਹ ਸਭ ਨੂੰ ਸੁਖ ਵਰਤਾਨ। ਠਾਂਡ ਪਾਈ ਕਰਤਾਰੇ, ਸਾਰਾ ਠਾਂਡ ਕਹਿੰਦੇ ਜਿਹੜਾ ਖਾਲਸਾ ਜੀ ਉਹ ਦੁੱਖ ਆਇਆ ਉਸ ਤੋਂ ਪਾਤਸ਼ਾਹ ਸਭ ਨੂੰ ਛੁਟਕਾਰਾ ਦਿਵਾਣਗੇ। ਆਓ ਅੱਜ ਦਾ ਪਾਵਨ ਮੁੱਖ ਵਾਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਰੱਬ ਦੀ ਕੁਦਰਤ ਦੀ ਮਹਿਮਾ ਬਿਆਨ ਕਰਦੇ ਹਨ। ਕੁਦਰਤ ਕੀ ਹੈ? ਰੱਬ ਜੀ ਕਿੱਥੇ ਕਿੱਥੇ ਵਿਆਪਕ ਹੋ। ਸਰੋਵਰ ਵੀ ਤੁਹਾਡਾ ਰੂਪ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹਰ ਬੰਦੇ ਵੀ ਤੁਸੀਂ ਬੈਠੇ ਹੋ। ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ ਆਓ। ਸਾਰੇ ਗੁਰੂ ਕੇ ਪਿਆਰੇ ਆਪਣੇ ਮਨ ਨੂੰ ਇਕਾਗਰ ਕਰਦਿਆਂ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪੰਜਵਾ। ਤੂੰ ਜਾਣਾ ਇਹ ਤਾਂ ਕੋਈ ਜਾਣੈ। ਵਡਹੰਸ ਰਾਗ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ, ਰੱਬ ਜੀ ਜਿਹੜੀ ਤੁਹਾਡੀ ਕੁਦਰਤ ਹੈ ਨਾ, ਇਹ ਅਚਰਜ ਹੈ। ਇਸ ਵਿੱਚ ਜਿਹੜੇ ਜੀ ਹਨ, ਵਨਸਪਤੀ ਹਨ, ਇਹ ਵੀ ਬਿਸਮਾਦ ਕਰਨ ਵਾਲੀ ਹੈ। ਤੁਸੀਂ ਵੀ ਬਿਸਮਾਦ ਰੂਪ ਹੋ। ਪਰ ਪਾਤਸ਼ਾਹ ਦੇਖੋ, ਤੁਸੀਂ ਸਾਰੇ ਸੋਚਦੇ ਹੋਣੇ ਰੱਬ ਨਜ਼ਰ ਨਹੀਂ ਆ ਰਿਹਾ। ਬੰਦੇ ਵੱਖ-ਵੱਖ ਕੱਪੜੇ ਵਾਲੇ, ਵੱਖ-ਵੱਖ ਭਾਂਤ ਦੇ ਨਜ਼ਰ ਆ ਰਹੇ ਹਨ। ਹੁਣ ਇਹ ਕੌਣ ਜਣਾਵੇਗਾ? ਤੂੰ ਜਾਣਾ ਇਹ ਜਿਹੜਾ ਜਾਪ ਹੈ ਨਾ, ਜਾਣਾ ਇਹ ਆਨੰਦ ਸਾਹਿਬ ਵਿੱਚ ਆਉਂਦਾ ਹੈ ਖਾਲਸਾ ਜੀ। ਅਸੀਂ ਇਹਦਾ ਉਚਾਰਨ ਕਰਦੇ ਹਾਂ ਜਣਾਏ ਨਹੀਂ, ਥੋੜ੍ਹਾ ਜਿਹਾ ਈੜੀ ਨੂੰ ਸਿਹਾਰੀਏ, ਹਾਹੇ ਨੂੰ ਸਿਹਾਰੀਏ। ਜਾਣਾ ਇਹ ਪੂਰੇ ਅੱਖਰ ਬੋਲੀਏ, ਖਾ ਨਾ ਜਾਈਏ। ਇਹ ਬਾਣੀ ਹੈ, ਰੱਬ ਹੈ। ਰੱਬ ਨੂੰ ਪੂਰਾ ਯਾਦ ਕਰੀਏ ਤੇ ਪੂਰੀ ਬਖਸ਼ਿਸ਼ ਹੋਵੇਗੀ। ਤੂੰ ਜਾਣਾ ਇਹ ਤਾਂ ਕੋਈ ਜਾਣੈ। ਰੱਬ ਜੀ ਤੁਸੀਂ ਜਿਤਨਾ ਜਣਾ ਦੋਗੇ ਪਾਤਸ਼ਾਹ ਆਪਣੇ ਸਰੂਪ ਬਾਰੇ, ਉਤਨਾ ਕੋਈ ਜਾਣੇਗਾ, ਵੱਧ ਨਹੀਂ ਜਾਣੇਗਾ। ਤੁਹਾਡੀ ਬਖਸ਼ਿਸ਼ ਨਾਲ ਖਾਲਸਾ ਇੱਕੋ ਸ਼ਬਦ 10 ਉਹਦੇ ਵਕਤੇ ਹੋਣ, ਵਕਤੇ ਬੋਲਣ ਵਾਲੇ, ਸਭ ਦਾ ਕਹਿ ਲਓ ਨਜ਼ਰੀਆ ਵੱਖਰਾ ਵੱਖਰਾ ਹੋਵੇਗਾ। ਜਿਤਨਾ ਗਿਆਨ ਰੱਬ ਨੇ ਅੰਦਰ ਪਾਇਆ ਜਿਹਦੇ, ਉਤਨਾ ਉਹਨੂੰ ਖਾਲਸਾ ਜੀ ਇਹੀ ਹੈ ਉਹਦੀ ਬਖਸ਼ਿਸ਼।
ਕੁਦਰਤ ਹੈ। ਇੱਥੇ ਕੋਈ ਕੀ ਵੇਖਦਾ ਹੈ, ਕੋਈ ਕੀ ਵੇਖਦਾ ਹੈ। ਇੱਕ ਘਟਨਾ ਚੇਤੇ ਆ ਗਈ ਕਬੀਰ ਸਾਹਿਬ ਦੀ। ਕਬੀਰ ਸਾਹਿਬ ਦੇ ਫਰਮਾਨ ਕੀਤਾ ਹੈ, ਇੱਕ ਅਜਾਇਬ ਘਰ ਵਿੱਚ ਤਸਵੀਰਾਂ ਲੱਗੀਆਂ ਹੋਈਆਂ। ਇੱਕ ਤਸਵੀਰ ਬਹੁਤ ਸੁੰਦਰ, ਉਹਨੂੰ ਵੇਖਣ ਲਈ ਇੱਕ ਬੰਦਾ ਆਇਆ। ਵੇਖ ਕੇ ਕਹਿੰਦਾ ਵਾਹ ਕਮਾਲ ਦੀ ਹੈ, ਇਹ ਕਹਿ ਕੇ ਚਲਾ ਗਿਆ। ਉਹਦੇ ਪਿੱਛੇ ਦੂਜਾ ਬੰਦਾ ਆ ਰਿਹਾ ਸੀ, ਕਹਿਣ ਲੱਗਾ ਵਾਹ ਬਹੁਤ ਸੁੰਦਰ ਰੰਗ ਭਰੇ ਹਨ, ਕਮਾਲ ਦੇ ਰੰਗ ਹਨ। ਤੀਜਾ ਬੰਦਾ ਆਇਆ, ਰੰਗ ਵੀ ਕਮਾਲ ਦੇ, ਬਹੁਤ ਸੁੰਦਰ ਚਿੱਤਰਕਾਰੀ ਹੈ। ਪਰ ਜਿਹੜਾ ਬਣਾਉਣ ਵਾਲਾ ਹੈ, ਜਿਹਦੇ ਅੰਦਰੋਂ ਫੋਟੋ ਆਈ ਹੈ, ਉਹ ਕਿਤਨਾ ਸੁੰਦਰ ਹੋਵੇਗਾ। ਉਹ ਤਿੰਨੋਂ ਬੰਦੇ ਵੇਖਣ ਵਾਲੇ, ਇੱਕ ਕਹਿ ਰਿਹਾ ਬੜਾ ਸੁੰਦਰ ਹੈ, ਅਸੀਂ ਕਹਿੰਦੇ ਦੁਨੀਆ ਬੜੀ ਸੁੰਦਰ ਹੈ, ਬਸ ਅਸੀਂ ਇੱਥੇ ਤੱਕ ਹੀ ਹਾਂ। ਦੂਜਾ ਬੰਦਾ ਆਇਆ ਵੀ ਵਾਹ ਹੈ ਤਾਂ ਕੁਦਰਤ ਸੁੰਦਰ, ਕਈ ਥਾਂ 'ਤੇ ਪਹਾੜ, ਕਈ ਥਾਂ 'ਤੇ ਨਦੀਆਂ ਵਹਿ ਰਹੀਆਂ, ਕਈ ਥਾਂ 'ਤੇ ਮਾਰੂਥਲ। ਤੀਜਾ ਬੰਦਾ ਕਹਿੰਦਾ ਨਾ ਭਾਈ, ਪਹਾੜਾਂ ਵਿੱਚ ਵੀ ਉਹੀ, ਮਾਰੂਥਲ ਵਿੱਚ ਵੀ ਉਹੀ, ਤੇ ਆਮ ਤਲ 'ਤੇ ਵੀ ਉਹੀ ਹੈ। ਜਲਸ ਤੂੰ ਹੀ, ਥਲਸ ਤੂੰ ਹੀ, ਨਦਿਸ ਤੂੰ ਹੀ, ਨਦਸ ਤੂੰ ਹੀ, ਬ੍ਰਿਛਸ ਤੂੰ ਹੀ, ਪਤਸ ਤੂੰ ਹੀ, ਸਾਰੇ ਪਾਸੇ ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਤੂੰ ਹੀ ਤੂੰ ਹੀ, ਸਾਰੇ ਪਾਸੇ ਉਹੀ ਹੈ ਖਾਲਸਾ ਜੀ। ਜਿਹੜਾ ਉਹ ਰੂਪ ਰੱਬ ਕਿਸੇ ਨੂੰ ਜਣਾ ਦੇਵੇ ਨਾ, ਉਹ ਉਹਨਾਂ ਦੀ ਮਹਾਰਾਜ ਦੀ ਬਖਸ਼ਿਸ਼ ਹੈ। ਤੂੰ ਜਾਣਾ ਇਹ ਤਾਂ ਕੋਈ ਜਾਣੈ ਰੱਬ ਜੀ। ਤੁਸੀਂ ਆਪਣੇ ਸਰੂਪ ਬਾਰੇ, ਆਪਣੀ ਕੁਦਰਤ ਬਾਰੇ ਪਾਤਸ਼ਾਹ ਜਿਹਨੂੰ ਜਣਾਓਗੇ, ਸਮਝਾਓਗੇ, ਉਹੀ ਜਾਣੇਗਾ। ਤੇਰਾ ਦੀਆ ਨਾਮ ਵਖਾਣੈ। ਤੇ ਕਿਵੇਂ ਜਾਣੇਗਾ? ਤੁਹਾਡੇ ਨਾਮ ਸਦਕਾ। ਜਿਸ ਨੂੰ ਤੁਸੀਂ ਆਪਣਾ ਨਾਮ ਦਵੋਗੇ, ਵਾਹਿਗੁਰੂ, ਜਿਤਨਾ ਕੋਈ ਨਾਮ ਜਪੇਗਾ। ਜਪਾਉਣ ਵਾਲੇ ਵੀ ਪਾਤਸ਼ਾਹ ਹਨ। ਬਹੁਤ ਵਾਰੀ ਇਹ ਹੁੰਦਾ ਹੈ, ਬੰਦਾ ਜਪਦਾ ਜਪਦਾ ਉਹਦਾ ਧਿਆਨ ਹੋਰ ਪਾਸੇ ਲੰਘ ਜਾਂਦਾ ਹੈ। ਕੇਵਲ 2-3 ਮਿੰਟ ਹੁੰਦਾ ਹੈ ਜਪ, 2-3 ਮਿੰਟ ਅੱਜ, ਫਿਰ 3.5 ਮਿੰਟ ਕੱਲ, ਥੋੜ੍ਹਾ ਥੋੜ੍ਹਾ ਵਧੇਗਾ ਖਾਸ, ਇੱਕਦਮ ਫਿਰ ਨਹੀਂ, ਫਿਰ ਧਿਆਨ ਖਿੰਡਦਾ ਜਾਂਦਾ ਹੈ। ਜਿਤਨਾ ਅੱਜ ਜਪ ਰਿਹਾ ਹੈ, ਫਿਰ ਧਿਆਨ ਖਿੰਡੇਗਾ, ਕੱਲ ਨੂੰ ਥੋੜ੍ਹਾ ਹੋਰ ਜੁੜ ਜਾਏਗਾ ਖਾਲਸਾ ਜੀ। ਪਰ ਅਭਿਆਸ ਨਹੀਂ ਛੱਡਣਾ। ਅਭਿਆਸ ਜਿਤਨਾ ਹੋ ਜਾਵੇ ਪਾਤਸ਼ਾਹ ਕਰਾ ਲੈਣ। ਇਹ ਵੀ ਜੋ ਬਹਿਣਾ ਨਾ, ਕਿਸੇ ਨੇ ਬਹਿਣੇ ਵੇਲੇ ਅਰਦਾਸ ਕਰਨੀ, ਪਾਤਸ਼ਾਹ ਤੁਸੀਂ ਕਰਾ ਲੈਣਾ, ਸਾਡੇ ਤੋਂ ਨਹੀਂ ਹੋਣਾ। ਤਾਂ ਹੀ ਕਹਿੰਦੇ ਰੱਬ ਜੀ ਤੂੰ ਜਾਣਾ ਇਹ ਤਾਂ ਕੋਈ ਜਾਣੈ, ਤੇਰਾ ਦੀਆ ਨਾਮ ਵਖਾਣੈ। ਤੁਹਾਡਾ ਦਿੱਤਾ ਹੋਇਆ ਨਾਮ ਉਹ ਵਖਿਆਨ ਕਰਕੇ, ਜਪ ਕੇ ਪਾਤਸ਼ਾਹ ਤੁਹਾਡੇ ਬਾਰੇ ਥੋੜ੍ਹਾ ਜਿਹਾ ਜਾਣਦੇ ਹਨ, ਜ਼ਿਆਦਾ ਨਹੀਂ, ਕਿਣਕਾ ਮਾਤਰ। ਤੁਸੀਂ ਤਾਂ ਕਿਤਨੇ ਹੋ ਪਾਤਸ਼ਾਹ, ਤੁਸੀਂ ਮਹਾਰਾਜ ਬੇਅੰਤ ਹੋ, ਤੁਹਾਡਾ ਅੰਤ ਨਹੀਂ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ। ਪਾਤਸ਼ਾਹ ਤੁਸੀਂ ਬੇਅੰਤ ਰੂਪ ਹੋ। ਤੂੰ ਅਚਰਜ ਕੁਦਰਤ ਤੇਰੀ ਬਿਸਮਾ। ਤੁਸੀਂ ਅਚਰਜ ਰੂਪ ਹੋ ਪਾਤਸ਼ਾਹ। ਰੱਬ ਨੇ ਦੇਖੋ ਛੋਟੀ ਚਿੰਗਾਰੀ ਛੱਡਤੀ ਦੁਨੀਆ 'ਚ, ਡਾਕਟਰ ਲੱਭ ਲੱਭ ਕੇ ਥੱਕ ਗਏ, ਕੋਈ ਇਲਾਜ ਬਣ ਜੇ ਇਹਦਾ, ਨਹੀਂ ਬਣਿਆ। ਜਿਹੜੇ ਉਹ ਟਪੋਸੀਆਂ ਮਾਰਨ ਵਾਲੇ ਸਨ, ਬੜੇ ਯੋਗਾ ਕਰਨ ਵਾਲੇ, ਉਹਨਾਂ ਕੋਲ ਕੋਈ ਗੱਲ ਨਹੀਂ ਬਣੀ ਖਾਲਸਾ ਜੀ। ਕਿਉਂਕਿ ਜਾਣਨ ਵਾਲਾ ਪਰਮਾਤਮਾ ਹੈ ਨਾ। ਹਾਂ ਜੇ ਹਉਮੈ ਛੱਡ ਕੇ ਕੁਝ ਕਰਨਗੇ ਨਾ, ਅਰਦਾਸ ਕਰਕੇ, ਫਿਰ ਦਵਾਈ ਰੱਬ ਆਪੇ ਬਣਾ ਦੇਗਾ। ਜੇ ਹਉਮੈ ਹੋ ਨਾ ਕਿ ਮੈਂ ਕਾਢ ਕੱਢਤੀ, ਜੇ ਮੈਂ ਕਾਢ ਕੱਢਤੀ ਫਿਰ ਨਾ ਹੀ ਬਿਮਾਰੀ ਠੱਲ ਪਈ ਖਾਲਸਾ ਜੀ। ਹਾਂ ਜੇ ਪਰਮਾਤਮਾ ਕਿਸੇ ਨੂੰ ਸੋਝੀ ਦੇ ਦੇਵੇ ਨਿਮਰਤਾ ਸਹਿਤ ਆਪਣੇ ਨਾਮ ਸਦਕਾ, ਫਿਰ ਤਾਂ ਕੋਈ ਜਾਣ ਲਵੇਗਾ। ਨਹੀਂ ਤਾਂ ਰੱਬ ਜੀ ਤੂੰ ਅਚਰਜ, ਤੁਸੀਂ ਪਾਤਸ਼ਾਹ ਅਚਰਜ ਰੂਪ ਹੋ। ਅਚਰਜ
ਕੀ ਹੁੰਦਾ ਹੈ? ਵਾਹ, ਇਸ ਤੋਂ ਉੱਪਰ ਕੋਈ ਸ਼ਬਦ ਨਹੀਂ ਹੈ। ਇੱਕ ਬੰਦਾ ਰੋਜ਼ ਗਾਰਡਨ ਚਲਾ ਗਿਆ, ਕਿਸੇ ਗਾਰਡਨ ਚਲਾ ਗਿਆ, 50 ਗਾਰਡਨ ਹਨ, ਪੰਜੋਰ ਗਾਰਡਨ ਹੈ, ਕਈ ਗਾਰਡਨ ਚਲਾ ਗਿਆ। ਰੱਬ ਦੀ ਕਾਇਨਾਤ ਨੂੰ, ਕੁਦਰਤ ਨੂੰ, ਵਾਤਾਵਰਨ ਨੂੰ ਦੇਖ ਕੀ ਕਹਿੰਦਾ ਹੈ? ਵਾਹ, ਕੀ ਕੁਦਰਤ ਹੈ। ਵਾਹ ਤੋਂ ਉੱਤੇ ਕੋਈ ਸ਼ਬਦ ਹੈ? ਆਮ ਕਹਿੰਦੇ ਵੀ ਇਹਦੀ ਅੱਖਾਂ ਹਿਰਨ ਵਰਗੀਆਂ, ਇਹਦੀ ਚਾਲ ਫਲਾਣੇ ਵਰਗੀ, ਇਹਦੀ ਗਰਦਨ ਫਲਾਣੇ ਵਰਗੀ, ਇਹਦੀ ਆਵਾਜ਼ ਕੋਇਲ ਵਰਗੀ। ਵੱਖਰੀ ਮਿਸਾਲ ਦੇਣੇ ਆ ਨਾ। ਬੰਦੇ ਦੀ ਮਿਸਾਲ ਜੀਵਾਂ ਨਾਲ ਦੇ ਰਹੇ ਹਾਂ, ਰੱਬ ਦੀ ਮਿਸਾਲ ਕਿਸ ਨਾਲ ਦਓਗੇ? ਉਹਦੇ ਵਰਗਾ ਕੋਈ ਹੈ ਹੀ ਨਹੀਂ, ਉਹ ਇੱਕ ਹੈ। ਤਾਂ ਕਹਿੰਦੇ ਵਾਹ, ਬਸ ਉਹਨੂੰ ਕਹਿੰਦੇ ਵਾਹਿਗੁਰੂ, ਵਾਹਿਗੁਰੂ। ਉਹ ਵਾਹਿਗੁਰੂ ਹੈ। ਬਚਨ ਵੀ ਆਉਂਦਾ ਹੈ, ਵਾਹੋ ਵਾਹੋ ਤਿਸਨੋ ਆਖੀਐ, ਵਾਹੋ ਵਾਹੋ ਤਿਸਨੋ ਆਖੀਐ, ਵਾਹੋ ਵਾਹੋ ਤਿਸਨੋ ਆਖੀਐ, ਵਾਹੋ ਵਾਹੋ ਤਿਸਨੋ ਆਖੀਐ। ਜੇ ਸੱਚਾ ਗਹਿਰ ਗੰਭੀਰ, ਜੇ ਸੱਚਾ ਗਹਿਰ ਗੰਭੀਰ, ਜੇ ਸੱਚਾ ਗਹਿਰ ਗੰਭੀਰ, ਜੇ ਸੱਚਾ ਗਹਿਰ ਗੰਭੀਰ। ਉਹ ਸੱਚੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਇੱਕ ਜਲ ਦੇ ਸੋਮੇ ਤੇ ਜਦੋਂ ਨਿਗਾਹ ਪਾਈ ਤੇ ਉੱਥੇ ਵੀ ਵਾਹ ਛੱਡਤਾ। ਅੱਜ ਉੱਥੇ ਗੁਰਦੁਆਰਾ ਸਾਹਿਬ ਹੰਡਿਆਏ ਪਿੰਡ ਵਿੱਚ ਹੈ, ਬਰਨਾਲੇ ਦੇ ਨਾਲ ਹੰਡਿਆਇਆ ਹੈ ਖਾਲਸਾ ਜੀ, ਉੱਥੇ ਹੈ ਪਾਵਨ ਸਥਾਨ। ਉਹ ਬਖਸ਼ਿਸ਼ ਕੀਤੀ, ਅੱਜ ਉੱਥੇ ਪਾਵਨ ਸਥਾਨ ਸੰਗਤਾਂ ਦਰਸ਼ਨ ਕਰਦੀਆਂ। ਇੱਥੇ ਬਖਸ਼ਿਸ਼ ਕੀਤੀ ਪਾਤਸ਼ਾਹ, ਲਹਿਲਗਾਉਂ ਸੇ ਪਾਤਸ਼ਾਹ ਜੀ ਪਹਾੜ ਵਾਲੀ ਦਿਸ਼ਾ ਵੱਲ ਆ ਕੇ ਬੋਹੜ ਦੇ ਦਰਖਤ ਥੱਲੇ ਬੈਠ ਗਏ। ਅੱਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਦੂਜੇ ਪਾਸੇ ਨਾ ਜਾਵਾਂ, ਚੰਗੇ ਪਾਸੇ ਰਵਾਂ। ਗੁਰੂ ਦੀ ਪਾਵਨ ਨਿਸ਼ਾਨੀਆਂ ਕੀ ਹੁੰਦੀਆਂ? ਤੁਸੀਂ ਇੱਥੇ ਅਰਦਾਸ ਸਾਰੇ ਕਰਦੇ ਆ। ਅਰਦਾਸ ਕਰਨ ਸਾਡਾ ਧਿਆਨ ਕੀ ਹੈ? ਵੀ ਗੁਰੂ ਪਾਤਸ਼ਾਹ ਇੱਥੇ ਬੈਠੇ ਸਨ। ਬਸ ਸਾਡਾ ਧਿਆਨ ਜਗ੍ਹਾ ਵੱਲ ਨਹੀਂ ਹੁੰਦਾ, ਸਾਡਾ ਧਿਆਨ ਗੁਰੂ ਮਹਾਰਾਜ ਵੱਲ ਹੁੰਦਾ ਹੈ। ਜਦੋਂ ਅਰਦਾਸ ਕਰਦਾ ਕੋਈ ਪਿਆਰਾ, ਗੁਰੂ ਕਾ ਪਿਆਰਾ ਜੋਤ ਦੇ ਕੋਲ, ਉਹਦਾ ਧਿਆਨ ਕੀ ਹੁੰਦਾ ਹੈ? ਕਿ ਮੇਰੇ ਪਾਤਸ਼ਾਹ ਜੀ ਇੱਥੇ ਚਰਨ ਪਾਏ ਸਨ। ਉਹਨਾਂ ਦੇ ਧਿਆਨ ਵਿੱਚ ਗੁਰੂ ਮਹਾਰਾਜ ਹੁੰਦਾ ਹੈ, ਕੋਈ ਬੋਰਡ ਨਹੀਂ ਹੁੰਦਾ। ਇੱਕ ਨਿਸ਼ਾਨੀ ਹੈ ਨਾ, ਨਿਸ਼ਾਨੀ ਵੜ ਦੋਗੇ ਕੱਲ ਨੂੰ ਖਤਮ। ਕੀ ਇਤਿਹਾਸ ਸਿਖਾਓਗੇ ਬੱਚਿਆਂ ਨੂੰ? ਬੱਚੇ ਪੁੱਛਦੇ ਹਨ। ਬੱਚੇ ਤਾਂ ਖਾਲਸਾ ਜੀ ਮਾਸਟਰ ਮਾਈਂਡ ਹਨ, ਸਾਡੇ ਤੋਂ ਕਈ ਗੁਣਾ ਵੱਧ ਹਨ ਬੱਚੇ। ਸਾਡੀ ਤਾਂ ਬੁੱਧੀ ਹੈ ਹੀ ਨਹੀਂ ਇਤਨੀ। ਬੱਚੇ ਇਤਨੇ ਮਾਸਟਰ ਮਾਈਂਡ, ਹਰ ਗੱਲ ਦਾ ਤਰਕ ਕਰਦੇ। ਕੀ ਹੈ ਦਿਖਾਓ, ਬਾਈ ਪ੍ਰੂਫ ਵਿਖਾਓ, ਪ੍ਰਤੱਖ ਪ੍ਰਮਾਣ ਵਿਖਾਓ। ਕੀ ਵਿਖਾਵਾਂਗੇ? ਕਿੱਥੇ ਮਹਾਰਾਜ ਆ ਕੇ ਬੈਠੇ ਸੀ? ਐਵੇਂ ਨਹੀਂ ਹੁੰਦਾ ਖਾਲਸਾ ਜੀ। ਇਸ ਕਰਕੇ ਸ਼ਰਧਾ ਰੱਖੀਏ, ਕੁਛ ਨਹੀਂ ਹੁੰਦਾ। ਜਿੰਨੇ ਮੱਥਾ ਟੇਕਣਾ ਗੁਰੂ ਨੂੰ ਟੇਕਣਾ, ਕਿਤੇ ਹੋਰ ਜਾਣਾ ਵੀ ਨਹੀਂ ਪਾਤਸ਼ਾਹ ਜੀ। ਅਸੀਂ ਦੇਖੋ, ਕੋਈ ਵੀ ਸਮਝ ਲਓ, ਫਤਿਹ ਸਾਹਿਬ ਗੜ੍ਹ ਸਾਹਿਬ ਜਾ ਰਿਹਾ, ਉੱਥੇ ਭਾਵੇਂ ਨੀਹਾਂ ਬਣਾਤੀਆਂ ਗੁਰੂ ਕੇ ਪਿਆਰਿਆਂ ਨੇ, ਭਾਵੇਂ ਨੀਹਾਂ ਉਦੋਂ ਖਾਲਸਾ ਜੀ ਢਹਿ ਪਈ ਸੀ ਨਹੀਂ, ਪਰ ਨਿਸ਼ਾਨੀ ਵਜੋਂ ਕਿ ਪਾਤਸ਼ਾਹ ਦੇ ਸਾਹਿਬਜ਼ਾਦੇ ਇੱਥੇ ਸ਼ਹੀਦ ਹੋਏ ਸਨ। ਸਾਡਾ ਧਿਆਨ ਕੀ ਹੈ? ਸਾਡਾ ਧਿਆਨ ਸਾਹਿਬਜ਼ਾਦਿਆਂ ਦੇ ਵੱਲ ਹੈ। ਸਾਡਾ ਧਿਆਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਲ ਹੈ, ਵੀ ਉਹਨਾਂ ਦੀ ਸ਼ਹੀਦੀ ਵੱਲ ਹੈ, ਨੀਹਾਂ ਵੱਲ ਨਹੀਂ ਹੈ। ਨੀਹਾਂ ਤੇ ਇੱਕ ਪ੍ਰਤੀਕ ਹੈ, ਪ੍ਰਤੀਕ ਹੈ ਜਿੱਤ ਦਾ, ਕਿ ਇੱਥੇ ਫਤਿਹ ਹੋਈ ਸੀ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦੀ। ਤੇ ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਹੈ ਖਾਲਸਾ ਜੀਓ। ਇਸ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਜਿਹੜੇ ਅਚਰਜ ਰੂਪ ਹਨ, ਜਿਨ੍ਹਾਂ ਨੇ ਜਿੱਥੇ ਚਰਨ ਪਾਏ ਉੱਥੇ ਆਪਣਾ ਪ੍ਰਕਾਸ਼ ਕਰਕੇ ਕਲਾ ਵਿਖਾਈ। ਤੂੰ ਅਚਰਜ ਕੁਦਰਤ ਤੇਰੀ ਬਿਸਮਾ। ਰੱਬ ਜੀ ਤੁਹਾਡੀ ਕੁਦਰਤ ਵੀ ਹੈਰਾਨ ਕਰਨ ਵਾਲੀ ਹੈ। ਬਿਸਮਾ, ਬਿਸਮਾਦ ਰੂਪ ਹੈ ਪਾਤਸ਼ਾਹ। ਬਿਸਮਾਦ ਖਾਲਸਾ ਜੀਓ ਉਹੀ ਰੂਪ ਹੈ ਜਿਹੜਾ ਕਿਸੇ ਨੂੰ ਹੈਰਾਨ ਕਰ ਦਵੇ।
ਅਸ਼ਰਜ ਅਵਸਥਾ ਵਿੱਚ ਲੈ ਜਾਵੇ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਅਸਲ ਅਸ਼ਰਜ ਬਿਸਮਾਦ ਹੈ, ਪਰਮਾਤਮਾ ਹੈ। ਬਸ ਪਰਮਾਤਮਾ ਹੀ ਆਪਣਾ ਨਾਮ ਜਪਾ ਕੇ ਗੁਰੂ ਪਾਤਸ਼ਾਹ ਪਰਮਾਤਮਾ ਦੇ ਕੋਲ ਲੈ ਜਾਂਦੇ ਹਨ। ਜਦੋਂ ਉੱਥੇ ਕੋਈ ਜਾਂਦਾ ਹੈ ਨਾ, ਉਹਨੂੰ ਫਿਰ ਨਜ਼ਰ ਆਉਂਦਾ ਹੈ ਕਿ ਸਾਰੇ ਪਾਸੇ ਅਕਾਲ ਪੁਰਖ ਹੈ। ਉਹ ਦਰਖਤਾਂ ਵਿੱਚ ਵੀ ਬੈਠ ਕੇ ਕੀ ਵੇਖਦਾ ਹੈ? ਵਾਹਿਗੁਰੂ। ਗੁਰੂ ਗੋਬਿੰਦ ਸਿੰਘ ਮਹਾਰਾਜ ਜਮਨਾ ਦੇ ਕਿਨਾਰੇ ਤੇ ਬੈਠੇ, ਭਾਈ ਮਨੀਆ ਜੀ, ਮਨੀ ਸਿੰਘ ਜੀ ਨੇੜੇ ਬੈਠੇ, ਕੁਝ ਗੁਰੂ ਕੇ ਪਿਆਰੇ। ਪਾਤਸ਼ਾਹ ਨੇ ਜਲ ਦਾ ਪ੍ਰਵਾਹ ਵੇਖਿਆ, ਕੁਦਰਤ ਵਿੱਚ ਖੁੱਭ ਗਏ, ਖੁੱਭੇ ਹੋਏ ਸਨ, ਹੋਰ ਡੂੰਘੇ ਚਲੇ ਗਏ। ਬਚਨ ਕੀਤਾ, ਰੱਬ ਜੀ ਜਲਸ ਤੂੰ ਹੀ, ਜਲ ਵਿੱਚ ਤੁਸੀਂ ਹੋ, ਥਲਸ ਤੂੰ ਹੀ, ਧਰਤੀ ਤੇ ਤੂੰ ਹੀ ਹੋ ਪਾਤਸ਼ਾਹ। ਇਹ ਕੀ ਹੈ? ਇਹ ਹੈ ਖਾਲਸਾ ਜੀ ਬਿਸਮਾਦ ਕੁਦਰਤ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਐ ਰੱਬ ਜੀ ਇਹ ਤੁਹਾਡੀ ਕੁਦਰਤ ਹੈ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੇ ਸਗਲ ਜਗਤ। ਇਹ ਕੁਦਰਤ ਹੈ ਰੱਬ ਦੀ ਖਾਲਸਾ ਜੀ। ਇਹਨੂੰ ਸੁਧਾਰ ਕੇ ਰੱਖੀ, ਜਿਤਨਾ ਵਿਗਾੜਾਂਗੇ ਬਿਮਾਰੀਆਂ ਆਪੇ ਸਾਨੂੰ ਚਿੰਬੜ ਰਹੀਆਂ ਖਾਲਸਾ ਜੀ। ਵਾਤਾਵਰਨ ਸ਼ੁੱਧ ਰੱਖੀਏ, ਆਪ ਸਵੱਛ ਰਹੀਏ, ਵਿਗਾੜ ਨਾ ਕਰੀਏ ਵਾਤਾਵਰਨ ਨਾਲ, ਕੁਛ ਨਹੀਂ ਹੁੰਦਾ ਖਾਲਸਾ ਜੀ। ਚੜ੍ਹਦੀ ਕਲਾ ਆਪੇ ਰੱਖेंगे ਪਰਮਾਤਮਾ। ਇਹ ਜਾਣੋ ਕਿ ਖਾਲਸਾ ਜੀ ਇਹ ਸਾਡਾ ਹੀ ਖਜ਼ਾਨਾ ਹੈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇੱਕ ਬੰਦਾ ਆਪਣੇ ਲਾਭ ਲਈ ਨਦੀਆਂ 'ਚ ਵਿਗਾੜ ਪਾ ਰਿਹਾ ਹੈ, ਆਪਣੇ ਲਾਭ ਲਈ ਦਰਖਤ ਵੱਢ ਰਹੇ, ਤੇ ਖਾਲਸਾ ਜੀ ਉਹ ਲਾਭ ਨਹੀਂ, ਨੁਕਸਾਨ ਹੈ ਉਹਦਾ। ਇਹ ਜਾਣੋ ਕਿ ਮੇਰੀ ਪ੍ਰੋਪਰਟੀ ਹੈ ਸਾਰੀ ਕੁਦਰਤ। ਬਸ ਇਹ ਜਾਣੋ ਭਾਈ, ਇਹ ਜਾਣਦੇ ਬੰਦੇ ਕਿ ਮੇਰੀ ਪ੍ਰੋਪਰਟੀ, ਇਹਨੂੰ ਤਬਾਹ ਨਾ ਕਰਾਂ। ਇਹ ਮੇਰਾ ਪਰਮਾਤਮਾ ਅਕਾਲ ਪੁਰਖ, ਇਹ ਉਹਦੀ ਪ੍ਰੋਪਰਟੀ ਹੈ ਕੁਦਰਤ, ਉਹਦਾ ਰੂਪ ਹੈ, ਉਹਨੂੰ ਕਦੀ ਤਬਾਹ ਨਹੀਂ ਕਰਨਾ ਖਾਲਸਾ ਜੀ। ਹਰ ਬੰਦਾ ਹੁਣ ਇਹਨਾਂ ਦਿਨਾਂ 'ਚ ਇੱਕ ਦਰਖਤ ਜ਼ਰੂਰ ਲਾਈਏ। ਸਾਵਣ ਦਾ ਮਹੀਨਾ ਹੈ, ਜਿਤਨੇ ਦਰਖਤ ਲਾਵਾਂਗੇ ਉਤਨੇ ਪਾਤਸ਼ਾਹ ਖੁਸ਼ੀਆਂ ਦੇਣਗੇ ਭਾਈ, ਉਤਨੇ ਬੱਚੇ ਵੀ ਦੇ ਦੇਣਗੇ ਖਾਲਸਾ ਜੀ। ਇਹ ਤਾਂ ਭੰਡਾਰੇ ਭਰੇ ਹੋਏ, ਜਿਨ੍ਹਾਂ ਕੋਲ ਬੱਚੇ ਨਹੀਂ ਉਹ ਦਰਖਤ ਲਾਈ ਜਾਓ ਰੱਬ ਦੀ ਯਾਦ ਵਿੱਚ। ਰੱਬ ਜੀ ਤੁਹਾਡਾ ਦਰਖਤ ਹੈ, ਬਸ ਉਤਨੀ ਪਾਤਸ਼ਾਹ ਬਿਮਾਰੀ ਤੋਂ ਠੱਲ ਪਾਣਗੇ ਸਾਨੂੰ ਮਹਾਰਾਜ। ਇਹ ਹੈ ਰੱਬ। ਅਸੀਂ ਰੱਬ ਦਾ ਪਾਠ ਤਾਂ ਕਰਦੇ ਹਾਂ, ਪਾਠ ਕਰਕੇ ਉੱਠੇ ਦੂਜੇ ਪਾਸੇ ਗੰਦਗੀ ਫੈਲਾਉਣ ਲੱਗੇ, ਇਹ ਥੋੜ੍ਹੀ ਖਾਲਸਾ ਜੀ। ਪਾਠ ਜੋ ਆਖਦਾ, ਬਾਣੀ ਆਖਦੀ, ਹੁਣੇ ਮੁੱਖ ਵਾਕ ਸੁਣ ਕੇ ਗਏ ਤੁਸੀਂ ਬਾਹਰ, ਉਹੀ ਜਿਹੜੇ ਦੇਖ ਛਕੀ ਉਹ ਕਾਗਜ਼ ਬਾਹਰ ਗੇਰਤਾ, ਡਸਟਬਿਨ ਬਣੇ ਉੱਥੇ ਗੇਰੋ, ਹੱਥ ਧੋ ਕੇ ਅੰਦਰ ਵੜੋ, ਧੋ ਕੇ ਜਾਓ। ਇਹ ਸੁਚਮਤਾ ਹੈ। ਸੁਣ ਕੇ ਗਏ ਬਾਣੀ, ਬਲਿਹਾਰੀ ਕੁਦਰਤ ਵਸਿਆ, ਤੇ ਗੰਦ ਪਾਈ ਗਏ ਬਾਹਰ, ਤੇ ਖਾਲਸਾ ਦੀ ਗੱਲ ਤਾਂ ਨਹੀਂ ਬਣੀ। ਉਹ ਤਾਂ ਗੱਲ ਬਣ ਗਈ ਤੱਪੜ ਝਾਰ ਕੇ ਤੁਰ ਪਏ। ਇਹ ਮੁਹਾਵਰਾ ਹੈ, ਸਾਡੇ ਦਾਦਾ ਉਸਤਾਦ ਜੀ ਕਈ ਵਾਰੀ ਫਰਮਾਨ ਕਰਦੇ, ਦੱਸਦੇ ਕਿ ਜਦੋਂ ਕਥਾ ਸੁਣਨ ਵਾਲੇ ਨਾ ਪਹਿਲੇ ਘਰੋਂ ਬੋਰੀਆਂ ਲੈ ਕੇ ਆਉਂਦੇ ਸਨ, ਕੋਈ ਕੱਪੜੇ ਲੈ ਕੇ, ਕੋਈ ਤੱਪੜ ਲੈ ਕੇ ਆਉਂਦੇ। ਜਦੋਂ ਕਥਾ ਖਤਮ ਹੋਣੀ ਤੇ ਉਦੋਂ ਉਹਨੂੰ ਝਾੜ ਕੇ ਨਾ ਉਹਨੂੰ ਤੈਅ ਕਰ ਲੈਣਾ, ਤੁਰ ਜਾਣਾ। ਇਹਦਾ ਭਾਵ ਕੀ ਸੀ? ਵੀ ਜੋ ਸੁਣਿਆ ਇੱਥੇ ਛੱਡ ਕੇ ਜਾ ਰਹੇ ਆ, ਘਰ ਲੈ ਕੇ ਨਹੀਂ ਕੋਈ ਜਾ ਰਹੇ। ਭਾਈ ਬਾਣੀ ਨੂੰ ਦਾ ਰਸ, ਬਾਣੀ ਦਾ ਸਿਧਾਂਤ ਨਾਲ ਘਰ ਲੈ ਕੇ ਜਾਈਏ। ਘਰ ਕੀ ਹੈ? ਹਿਰਦੇ 'ਚ ਵਸਾ ਕੇ ਜਾਈਏ। ਬਲਿਹਾਰੀ ਕੁਦਰਤ ਵਸਿਆ, ਜਿਹੜੀ ਕੁਦਰਤ ਹੈ ਰੱਬ ਦੀ, ਇਹਨੂੰ ਰੱਬ ਦਾ ਰੂਪ ਜਾਣੋ। ਰੱਬ ਇਹੀ ਹੈ। ਨਜ਼ਰ ਆਵੇਗਾ ਹਰ ਜੀਵ ਵਿੱਚ ਪਰਮਾਤਮਾ, ਸਮਾਂ ਲੱਗੇਗਾ ਭਾਈ। ਆਖੋ ਸਤਨਾਮ। ਸ੍ਰੀ ਵਾਹਿਗੁਰੂ। ਇੱਕਦਮ ਨਹੀਂ, ਫਿਰ ਘਰ ਦੇ ਜੀਆਂ ਵਿੱਚ ਵੀ ਰੱਬ ਜੀ ਨਜ਼ਰ ਆਵੇਗਾ। ਇੱਥੇ ਤੱਕ ਜਿਤਨੀ ਇਹ ਖਾਲਸਾ ਜੀ ਵਨਸਪਤੀ ਹੈ ਨਾ, ਇਹਨਾਂ ਵਿੱਚ ਹੀ ਰੱਬ ਨਜ਼ਰ ਆਵੇਗਾ। ਤਾਂ ਹੀ ਕਬੀਰ ਸਾਹਿਬ ਕਹਿੰਦੇ,
ਪਾਤੀ ਤੋਰੈ ਮਾਲਣੀ, ਪਾਤੀ ਪਾਤੀ ਜੀਓ। ਪਾਤੀ ਪਾਤੀ 'ਚ ਜੀਵ ਨਜ਼ਰ ਆਉਂਦਾ ਹੈ। ਉਹ ਅਵਸਥਾ ਦੇਖੀ ਉਹਨਾਂ ਨੇ, ਤਾਂ ਬਿਆਨ ਕੀਤਾ ਰੱਬ ਜੀ ਤੂੰ ਅਚਰਜ ਕੁਦਰਤ ਤੇਰੀ ਬਿਸਮਾ, ਵਾਹੋ ਵਾਹੋ ਤਿਸਨੋ ਆਖੀਐ, ਵਾਹੋ ਵਾਹੋ ਤਿਸਨੋ ਆਖੀਐ। ਵਾਹੋ ਵਾਹੋ ਤਿਸਨੋ ਆਖੀਐ, ਵਾਹੋ ਵਾਹੋ ਤਿਸਨੋ ਆਖੀਐ। ਜੇ ਸੱਚਾ ਗਹਿਰ ਗੰਭੀਰ, ਜੇ ਸੱਚਾ ਗਹਿਰ ਗੰਭੀਰ, ਜੇ ਸੱਚਾ ਗਹਿਰ ਗੰਭੀਰ, ਜੇ ਸੱਚਾ ਗਹਿਰ ਗੰਭੀਰ। ਵਾਹੋ ਵਾਹੋ ਤਿਸਨੋ ਆਖੀਏ, ਜੇ ਗੁਣ ਦਾਤਾ ਮਤੀਰ। ਐਸਾ ਅਕਾਲ ਪੁਰਖ ਵਾਹ ਹੈ ਬਸ। ਉਹ ਵਾਹ ਇਹਦੀ ਕੁਦਰਤ ਹੈ ਭਾਈ, ਇਹਨੂੰ ਹਮੇਸ਼ਾ ਸਾਂਭ ਕੇ ਰੱਖੀਏ। ਰਹਾਓ ਵਿਸ਼ਰਾਮ ਦੇ ਕੇ ਟਿਕਾ ਕੇ ਅਗਾਂਹ ਬਿਆਨ ਕਰਦੇ ਹਨ। ਤੁਧ ਆਪੇ ਕਾਰਣ ਆਪੇ ਕਰਣਾ। ਰੱਬ ਜੀ ਤੁਸੀਂ ਆਪ ਹੀ ਕਾਰਨ ਬਣੇ ਹੋਏ ਹੋ, ਆਪੇ ਹੀ ਕਰਨ ਵਾਲੇ ਹੋ। ਇੱਥੇ ਥੋੜਾ ਸਮਝਣਾ, ਇੱਥੇ ਬਹੁਤਿਆਂ ਦੇ ਸ਼ੰਕੇ ਵੀ ਸਾਡੇ ਮਨਾਂ 'ਚ ਫੈਲੇ ਹੋਏ। ਜੇ ਕਹਿ ਲਓ, ਕਈ ਕਹਿੰਦੇ ਰੱਬ ਆਪ ਹੀ ਭੈੜੇ ਕੰਮ ਕਰੀ ਜਾ ਰਿਹਾ ਹੈ, ਫਿਰ ਕਰੀ ਜਾਓ। ਨਹੀਂ, ਇੱਥੇ ਬੜਾ ਲੋਕਾਂ ਦੇ ਮਨਾਂ 'ਚ ਬਾਣੀ ਪੜ੍ਹਦੇ ਵੀ ਆਉਂਦਾ ਹੈ। ਇੱਕ ਥਾਂ ਤੇ ਬਾਣੀ 'ਚ ਆਉਂਦਾ ਹੈ ਕਿ ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾਰ। ਦੂਜੇ ਪਾਸੇ ਕਹਿੰਦੇ ਲੇਖਾ ਛੋੜ ਅਲੇਖਾ ਛੁਟੈ, ਉਹ ਵੀ ਆ ਗਿਆ। ਕਈ ਕਹਿੰਦੇ ਪਾਪ ਪੁੰਨ ਤੈ ਭਈ ਕਹਾਵਤ, ਕਹੂ ਨਰਕ ਕੋ ਸੁਰਗ ਮਛਾਵਤ। ਕਈ ਕਹਿੰਦੇ ਪਾਪ ਪੁੰਨ ਹੁੰਦਾ ਨਹੀਂ। ਕਈ ਥਾਂ ਤੇ ਆਉਂਦਾ ਹੈ ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂਰ। ਕਈ ਥਾਂ ਤੇ ਕੁਝ ਨਹੀਂ ਖਾਲਸਾ। ਕੀ ਹੈ? ਇੱਕ ਵੱਖ ਵੱਖ ਅਵਸਥਾ ਦੀ ਗੱਲ ਹੈ। ਜੇ ਇਹਨੂੰ ਸਮਝ ਆ ਗਈ ਨਾ ਬਾਣੀ ਦੀ, ਤਾਂ ਹੀ ਤਾਂ ਰੱਬ ਹੈ। ਜਿਤਨੀ ਪਾਤਸ਼ਾਹ ਸੋਝੀ ਦੇ ਦੇਵੇ, ਇਹਨਾਂ ਦੀ ਬਖਸ਼ਿਸ਼ ਹੈ। ਬਸ ਹਮੇਸ਼ਾ ਇਹ ਜਾਣਨਾ ਹੈ, ਤੁਧ ਆਪੇ ਕਾਰਨ ਆਪੇ ਕਰਨਾ। ਤੁਸੀਂ ਆਪ ਹੀ ਪਾਤਸ਼ਾਹ ਕਾਰਨ ਬਣੇ ਹੋਏ ਹੋ। ਕਾਰਨ ਕੀ ਹੈ? ਸੌਖੀ ਜੀ ਮਿਸਾਲ, ਕਰੋਨਾ ਵਾਇਰਸ। ਸਭ ਦੀ ਚੇਤੇ ਇਹ ਯਾਦ ਹੈ ਨਾ ਹੁਣ ਤਾਂ, ਇਹ ਤਾਂ ਭੁੱਲੇਗਾ ਨਹੀਂ ਕਦੀ ਸਾਰੀ ਜ਼ਿੰਦਗੀ। ਇਹ ਰੱਬ ਨੇ ਆਪੇ ਕਾਰਨ ਬਣਾਇਆ ਹੋਇਆ, ਕਰਨ ਵਾਲਾ ਵੀ ਤਾਂ ਆਪ ਹੀ ਹੈ। ਉਹਨੇ ਕਿਸੇ ਬਹਾਨੇ ਰਾਹੀਂ ਫੈਲਾਤਾ ਵੀ ਇਸ ਤਰ੍ਹਾਂ ਚਲੋ ਜੀ। ਬਹਾਨਾ ਤੇ ਬਣਾਉਂਦਾ ਹੈ ਨਾ ਰੱਬ, ਆਪਣੇ ਆਪ ਨੂੰ ਛੁਪਾ ਲੈਂਦਾ ਹੈ। ਸ੍ਰੀ ਦਸਮ ਗ੍ਰੰਥ ਸਾਹਿਬ ਦੇ 24 ਅਵਤਾਰ ਦੀ ਪਹਿਲੀ ਇਹ ਭੂਮਿਕਾ ਹੈ। ਉੱਥੇ ਕਹਿੰਦੇ ਰੱਬ ਜੀ ਤੁਸੀਂ ਆਪਣਾ ਆਪ ਛੁਪਾ ਕੇ ਆਵਰਣ ਕੈ ਸਿਰ ਦੈ ਬੁਰਿਆਈ। ਰੱਬ ਆਪਣਾ ਆਪ ਛੁਪਾ ਲੈਂਦਾ ਹੈ, ਦੂਜੇ ਦੇ ਸਿਰ ਬੁਰਿਆਈ ਪਾ ਦਿੰਦਾ ਹੈ। ਸਭ ਕਹਿੰਦੇ ਚੀਨ ਨੇ ਫੈਲਾਇਆ ਜੀ, ਉਹਨਾਂ ਵਿੱਚ ਵੀ ਰੱਬ ਬੈਠਾ ਹੈ। ਬੰਗ ਕੇ ਬੰਗਾਲੀ, ਫਿਰਹੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ, ਤੇਰੀ ਆਗਿਆ में चलत है। रोह के रूहेले माग देश के मघेले वीर, भंग सी बुंदेले पाप पुंज को मलत है। गोखा गुन गावे चीन, माचीन के सीस ने आवे। गोखे भी, चीनी भी, माचीन जापानी भी, ਜਿਹੜੇ ਛੋਟੇ ਛੋਟੇ ਅੱਖਾਂ ਵਾਲੇ, ਉਹ ਵੀ ਚੀਨ ਮਾਚੀਨ ਕੇ ਸੀਸ ਨਿਆਵੇ। ਤਿਬਤੀ ਧਿਆਏ ਦੋਖ ਦੇਹ ਕੇ ਦਲਤ ਹੈ। ਜਿਨ੍ਹਾਂ ਤੋਹੇ ਧਿਆਇਓ ਤਿਨੈ ਪੂਰਨ ਪ੍ਰਤਾਪ ਪਾਇਓ। ਸਰਬ ਧਨ ਤਾਮ ਫਲ ਫੂਲ ਸੋ ਫਲਤ। ਫਲਾਣ ਵਾਲਾ ਪਰਮਾਤਮਾ ਹੈ। ਜਿਹੜੇ ਪਰਮਾਤਮਾ ਦੀ ਕੁਦਰਤ ਨਾਲ ਛੇੜਛਾੜ ਕਰਦੇ ਹਨ, ਉਹ ਆਪਣੇ ਆਪ ਹੀ ਫੈਲਾ ਦਿੰਦਾ ਹੈ ਖਾਲਸਾ ਜੀਓ। ਠੱਲ ਪਾਉਣ ਵਾਲਾ ਵੀ ਕਾਲ ਪੁਰਖ ਹੈ। ਤੁਧ ਆਪੇ ਕਾਰਨ ਆਪੇ ਕਰਨਾ। ਰੱਬ ਜੀ ਜਿਹੜਾ ਤੁਹਾਡੇ ਨਾਮ ਨਾਲ ਜੁੜਿਆ ਹੋਇਆ ਨਾ, ਉਹਦੇ ਅੰਦਰੋਂ ਆਵਾਜ਼ ਆਉਂਦੀ ਹੈ, ਮਹਾਰਾਜ ਤੁਸੀਂ ਸਭ ਕੁਛ ਆਪ ਕਰਾ ਰਹੇ ਹੋ। ਹੁਣ ਇੱਥੇ ਸੁਣਨਾ, ਪਾਪ ਪੁੰਨ ਗੁਰਮੁਖ ਮਨਮੁਖ ਇਹ ਬਣਾਉਣ ਵਾਲੇ ਪਰਮਾਤਮਾ ਹਨ। ਰੱਬ ਨੇ ਸਭ ਨੂੰ ਬਣਾ ਦਿੱਤਾ।
ਜਿਹੜਾ ਬੰਦਾ ਮਨਮੁਖ ਹੈ ਉਹ ਭੈੜੇ ਕੰਮ ਕਰਦਾ। ਕਿਉਂ ਕਰਦਾ? ਤੁਸੀਂ ਕਹੋਗੇ ਜੀ ਉਹ ਵੀ ਤਾਂ ਰੱਬ ਕਰਾ ਰਿਹਾ ਹੈ। ਕਰਾਉਣ ਵਾਲਾ, ਪਿੱਛੇ ਹਰਕਤ ਦੇਣ ਵਾਲਾ ਪਰਮਾਤਮਾ ਹੈ, ਪਰ ਉਹਦੀ ਅੰਤਿਸ਼ਕਰਨ ਦੀ ਬਿਰਤੀ, ਜਿਸ ਵਿੱਚ ਮਨ, ਬੁੱਧ, ਚਿੱਤ, ਅਹੰਕਾਰ, ਜਿਹੜੇ ਉਹ ਉਪਾਧੀ ਹੈ ਨਾ, ਉਪਾਧੀ ਅੱਗੇ ਆ ਗਈ ਤਾਂ ਪਾਪ ਪੁੰਨ ਹੋਵੇਗਾ। ਜੇ ਉਪਾਧੀ ਅੱਗੇ ਨਹੀਂ ਆਈ, ਪਰਮਾਤਮਾ ਆਪ ਹੀ ਹੈ, ਫਿਰ ਪਾਪ ਪੁੰਨ ਤੋਂ ਉੱਤੇ ਹੋ ਜਾਵੇਗਾ ਖਾਲਸਾ ਜੀ। ਫਿਰ ਉੱਥੇ ਇਹ ਅਵਸਥਾ ਹੈ। ਸਾਡੀ ਉਪਾਧੀ ਕੀ ਹੈ ਕਿ ਮੈਂ ਬੰਦਾ ਵਾਂ, ਮੈਂ ਪਾਪ ਕਰ ਰਿਹਾ, ਮੈਂ ਪੁੰਨ ਕਰ ਰਿਹਾ, ਮੈਂ ਲੰਗਰ ਲਾਤੇ, ਮੈਂ ਇਹ ਕੰਮ ਕਰਤਾ। ਇਹ ਉਪਾਧੀ ਹੈ, ਹਉਮੈ ਦੀ ਉਪਾਧੀ ਹਰ ਬੰਦੇ ਦੇ ਵਿੱਚ ਹੈ, ਤੇ ਹਰ ਬੰਦਾ ਪੁੰਨੀ ਪਾਪੀ ਹੈ ਭਾਈ। ਜਦੋਂ ਇਹ ਹਟ ਗਿਆ ਨਾ, ਵਾਹਿਗੁਰੂ ਇਹ ਜਪ ਕੇ, ਜਿਤਨਾ ਬੰਦਾ ਜਪੇਗਾ ਵਾਹਿਗੁਰੂ, ਦੇਖੋ ਅੰਦਰ ਉਪਾਧੀ ਤੋਂ ਥੱਲੇ ਜਾ ਰਿਹਾ ਹੈ। ਇਹ ਹੈ ਨਾ ਜਿਹੜਾ ਸਿਮਰਨ ਰੱਬ ਦਾ, ਹਉਮੈ ਦੀ ਉਪਾਧੀ ਤੋਂ ਥੱਲੇ ਲੈ ਜਾਂਦਾ ਹੈ। ਉਪਾਧੀ ਆਮ ਵੀ ਹੁੰਦੀਆਂ, ਜਿਹਨੂੰ ਕਹਿੰਦੇ ਪਦਵੀਆਂ, ਅਫਸਰ, ਅਫਸਰਸ਼ਾਹੀ, ਪਰ ਅਸਲ ਅਫਸਰਸ਼ਾਹੀ ਬੰਦੇ ਦੀ ਹਉਮੈ ਹੀ ਹੈ। ਜਦੋਂ ਹਉਮੈ ਤੋਂ ਥੱਲੇ ਚਲਾ ਗਿਆ, ਉਦੋਂ ਕੋਈ ਪਾਪ ਨਹੀਂ, ਕੋਈ ਪੁੰਨ ਨਹੀਂ, ਤੁਧ ਆਪੇ ਕਾਰਨ ਆਪੇ ਕਰਨਾ। ਆਪ ਹੀ ਪਾਤਸ਼ਾਹ ਕਾਰਜ ਬਣੇ ਹੋਏ ਹੋ ਤੇ ਆਪ ਹੀ ਕਰਨ ਵਾਲੇ ਹੋ। ਹੁਕਮੇ ਜੰਮਣ ਹੁਕਮੇ ਮਰਨਾ। ਰੱਬ ਜੀ ਤੁਹਾਡਾ ਹੁਕਮ ਹੈ, ਕੋਈ ਜੰਮ ਗਿਆ ਤੇ ਕੋਈ ਚਲਾ ਗਿਆ। ਇੱਕ ਇੱਕ ਚੀਜ਼ ਰੱਬ ਦੀ ਬੜੀ ਗੰਭੀਰ ਹੈ। ਸੁਣ ਲਿਆ ਵੀ ਹੁਕਮ ਹੈ। ਕੀ ਹੁਕਮ ਹੈ? ਉਸੇ ਪੰਕਤੀ ਨਾਲ ਜੁੜਿਆ, ਤੁਧ ਆਪੇ ਕਾਰਨ ਆਪੇ ਕਰਨਾ। ਜਪਜੀ ਸਾਹਿਬ ਵਿੱਚ ਆਪ ਸਵੇਰੇ ਸਾਰੇ ਪੜ੍ਹ ਕੇ ਆਏ ਹੋਣੇ, ਸੁਣ ਕੇ ਆਏ ਹੋਣੇ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਰਜ਼ਾ ਵਿੱਚ ਚੱਲਣਾ ਹੈ। ਕੀ ਹੈ? ਜੋ ਹੋ ਰਿਹਾ ਹੈ ਉਸ ਵਿੱਚ ਚੱਲਣਾ ਹੈ। ਕਿੱਥੇ ਲਿਖਿਆ ਹੁਕਮ? ਬੰਦੇ ਦੇ ਨਾਲ ਲਿਖਿਆ ਹੋਇਆ। ਹਰ ਬੰਦਾ ਜਦੋਂ ਤੁਰਦਾ ਹੈ ਨਾ, ਉਹਦੇ ਨਾਲ ਹੁਕਮ ਚੱਲਦਾ ਹੈ। ਪਰਮਾਤਮਾ ਹੈ ਨਾ ਹੁਕਮ, ਹੁਕਮੀ ਤੇ ਹੁਕਮ ਇੱਕੋ ਹੀ ਰੂਪ ਹਨ। ਪਰਮਾਤਮਾ ਹਰ ਬੰਦੇ ਦੇ ਨਾਲ ਚੱਲਦਾ ਹੈ, ਨਾਲ ਬੋਲਦਾ ਹੈ, ਨਾਲ ਖਾਂਦਾ ਹੈ, ਨਾਲ ਪੀਂਦਾ ਹੈ। ਰੱਬ ਜੀ ਜਦੋਂ ਅੰਦਰੋਂ ਆਵਾਜ਼ ਆਉਂਦੀ ਹੈ ਕਿ ਬੰਦਿਆ ਇਹ ਕੰਮ ਨਾ ਕਰੀ, ਆਉਂਦੀ ਹੈ ਨਾ, ਅੱਖੋ ਸਤਨਾਮ ਸ੍ਰੀ ਵਾਹਿਗੁਰੂ। ਕਿਹੜਾ ਬੰਦਾ ਨਹੀਂ ਜਿਹਦੇ ਅੰਦਰੋਂ ਆਵਾਜ਼ ਨਾ ਆਉਂਦੀ ਹੋਵੇ? ਚੰਗਾ ਬੰਦਾ। ਮਾਰੇ ਬੰਦੇ ਆਉਂਦੀ ਹੈ, ਪਰ ਉਹ ਆਵਾਜ਼ ਇਤਨੀ ਬੱਦਮ ਪੈ ਜਾਂਦੀ ਹੈ, ਉਹਨੂੰ ਸੁਣਾਈ ਨਹੀਂ ਦਿੰਦੀ। ਹਰ ਬੰਦੇ ਦੇ ਅੰਦਰ ਆਵਾਜ਼ ਆਉਂਦੀ। ਸਮਝ ਲਓ ਇੱਥੇ ਕਿਸੇ ਦਾ ਮੋਬਾਈਲ ਡਿੱਗ ਜਾਵੇ, ਆਪਣੇ ਸੇਵਾਦਾਰਾਂ ਵਿੱਚੋਂ ਹੀ, ਗੁਰੂ ਕੇ ਪਿਆਰੇ ਸਿੱਖਾਂ ਵਿੱਚੋਂ ਜਾਂ ਆਮ ਸੰਗਤ ਵਿੱਚੋਂ ਮਨ 'ਚ ਆ ਜਾਂਦਾ, ਚੁੱਕ ਲੈ, ਕਿਹੜਾ ਕੋਈ ਵੇਖ ਰਿਹਾ? ਬਾਬਾ ਜੀ ਨੂੰ ਕੀ ਦੇਣਾ, ਕਰ ਲੈ, ਚੱਲ ਕੰਮ ਆਵੇਗਾ। ਚੰਗੇ ਬੰਦੇ ਤੋਂ ਆਵਾਜ਼ ਆਵੇਗੀ, ਨਾ ਹੋਏ ਰੱਬ ਦਾ ਘਰ ਹੈ, ਇੱਥੇ ਵੀ ਚੋਰੀ, ਇੱਥੇ ਵੀ ਠੱਗੀਆਂ, ਇੱਥੇ ਵੀ ਜੇਬ ਕਤਰੀ। ਆਵਾਜ਼ ਆਵੇਗੀ ਚੰਗੇ ਬੰਦੇ ਅੰਦਰੋਂ, ਫਿਰ ਕਹੇਗਾ ਚੱਲ ਦੇ ਕੇ ਆ। ਉਹ ਕਿਹੜੀ ਆਵਾਜ਼ ਸੀ ਅੰਦਰ? ਉਹ ਕੀ ਸੀ? ਹੁਕਮ। ਉਹ ਹੁਕਮ ਹੈ ਅਸਲ ਖਾਲਸਾ ਜੀ। ਹੁਕਮ ਕਹਿ ਲਓ ਵੀ ਉੱਤੋਂ ਆਵਾਜ਼ ਨਹੀਂ ਆਵੇਗੀ, ਉਹ ਉੱਠ ਬੰਦੇ ਆਏ ਕੰਮ ਕਰ। ਮੱਧਮ ਦੀ ਆਵਾਜ਼ ਅੰਦਰੋਂ ਆਉਂਦੀ ਹੈ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਆਉਂਦੀ ਜ਼ਰੂਰ ਹੈ। ਜਿਤਨਾ ਕੋਈ ਅੰਦਰ ਗੰਭੀਰ ਜਾਈ ਜਾਵੇਗਾ ਨਾ, ਉਤਨੀ ਆਵਾਜ਼ ਆਈ ਜਾਵੇਗੀ, ਨੇੜੇ ਹੋਈ ਜਾਵੇਗਾ। ਜਦੋਂ ਬਿਲਕੁਲ ਜੁੜ ਗਿਆ, ਫਿਰ ਅੰਦਰੋਂ ਆਵਾਜ਼ ਆਈ, ਹੁਕਮੇ ਜੰਮਣ ਹੁਕਮੇ ਮਰਨਾ। ਰੱਬ ਜੀ ਜੋ ਜੰਮ ਪਿਆ ਹੁਕਮ ਹੈ, ਚਲਾ ਗਿਆ ਹੁਕਮ ਹੈ ਖਾਲਸਾ। ਜਿਤਨਾ ਅੰਦਰ ਜਾਈ ਜਾਵੇਗਾ। ਗੱਲ ਤਾਂ
ਰੱਬ ਨਾਲ ਜੁੜਨ ਦੀ ਹੈ। ਅਸੀਂ ਜੁੜੇ ਨਹੀਂ ਤਾਂ ਕਹਿੰਦੇ ਕੋਈ ਜੰਮ ਗਿਆ। ਜਨਮੇ ਕੋ ਵੱਜ ਹੈ ਵਧਾਏ, ਵਧਾਈਆਂ ਦਿੰਦੇ। ਸੋਹਲੜੇ ਅਗਿਆਨੀ ਗਾਏ। ਕੋਈ ਖਾਲਸਾ ਚਲਾ ਗਿਆ ਤੇ ਫਿਰ ਕਹਿੰਦੇ ਰੋਨੇ ਆ ਖਾਲਸਾ ਜੀ। ਨਹੀਂ, ਬਰਾਬਰ ਦੀ ਅਵਸਥਾ। ਉਹ ਗੁਰੂ ਕੇ ਪਿਆਰੇ ਭਾਈ ਭਗੀਰਥ ਜੀ ਵਰਗੇ, ਐਸੇ ਗੁਰੂ ਕੇ ਪਿਆਰੇ ਭਾਈ ਮਨ ਜੀ ਵਰਗੇ, ਬਾਬਾ ਬੁੱਢਾ ਸਾਹਿਬ, ਇੱਕ ਬਰਾਬਰ ਦੀ ਅਵਸਥਾ ਖਾਲਸਾ ਜੀ। ਇਹ ਹੈ ਹੁਕਮ। ਜਿਹੜਾ ਇਹਨੂੰ ਸਮਝ ਲਵੇ ਉਹ ਬਹੁਤਾ ਰੋਂਦਾ ਨਹੀਂ, ਬਹੁਤਾ ਹੱਸਦਾ ਨਹੀਂ। ਗੁਰੂ ਤੇਗ ਬਹਾਦਰ ਪਾਤਸ਼ਾਹ, ਇਹਨਾਂ ਦੀ ਬਾਣੀ ਵਿੱਚ ਖਾਲਸਾ ਜੀ ਕਮਾਲ ਹੈ। ਵਿਰਾਗ ਵੀ ਕੈਸਾ ਹੈ। ਵਿਰਾਗ ਵੀ ਉਹ ਨਹੀਂ ਵੀ ਘਰ ਛੱਡ ਕੇ ਚਲੇ ਜਾਣਾ, ਘਰ ਵਿੱਚ ਰਹਿ ਕੇ ਰੱਬ ਦਾ ਹੁਕਮ ਸਮਝ ਕੇ ਜੁੜੇ ਰਹਿਣਾ। ਇਹ ਵਿਰਾਗ ਹੈ ਪਾਤਸ਼ਾਹ ਦਾ। ਇਹਨੂੰ ਕਹਿੰਦੇ ਰੱਬ ਜੀ ਹੁਕਮੇ ਜੰਮਣ ਹੁਕਮੇ ਮਰਨਾ। ਐ ਬੰਦਿਆ ਇਹਨੂੰ ਸਮਝੀ। ਨਾਮ ਤੇਰਾ ਮਨ ਤਨ ਆਧਾਰੀ। ਰੱਬ ਜੀ ਤੁਹਾਡਾ ਨਾਮ ਮੇਰੇ ਮਨ ਦਾ, ਮੇਰੇ ਤਨ ਦਾ ਆਧਾਰ ਬਣ ਜਾਵੇ। ਇਹਦਾ ਬਣ ਗਿਆ ਨਾ ਤਨ ਦਾ ਆਧਾਰ। ਉਹ ਨਾਮ ਸਰੀਰ ਨਾਲ ਜਪ ਕੇ ਸਰੀਰ ਨਾਲ ਸਮਾਜ ਸੇਵਾ ਕਰਦਾ। ਫਿਰ ਖਾਲਸਾ ਜੀ ਮਨ ਕਰਕੇ ਜਪਦਾ ਜਦੋਂ ਵਾਹਿਗੁਰੂ, ਕਿਸੇ ਦਾ ਬੁਰਾ ਨਹੀਂ ਕਰਦਾ ਖਾਲਸਾ ਜੀ। ਇਹ ਹੈ ਮਨ ਤਨ ਆਧਾਰੀ। ਰੱਬ ਜੀ ਤੁਹਾਡਾ ਨਾਮ ਹੀ, ਤੁਹਾਡਾ ਸਿਮਰਨ ਹੀ ਸਾਡੇ ਮਨ ਦਾ, ਸਾਡੇ ਤਨ ਦਾ ਆਧਾਰ ਬਣ ਜਾਵੇ। ਨਾਨਕ ਦਾਸ ਬਖਸ਼ੀਸ ਤੁਮਾਰੀ। ਗੁਰੂ ਅਰਜਨ ਦੇਵ ਪਾਤਸ਼ਾਹ ਫਰਮਾਨ ਕਰਦੇ ਇਹ ਤੁਹਾਡੀ ਬਖਸ਼ਿਸ਼ ਹੈ ਪਾਤਸ਼ਾਹ। ਜਿਹਨੂੰ ਬਖਸ਼ਿਸ਼ ਮਿਲ ਜਾਵੇ, ਇਹ ਬਖਸ਼ਿਸ਼, ਉਹ ਗੁਰੂ ਕਾ ਪਿਆਰਾ ਕਦੇ ਨਹੀਂ ਡੋਲਦਾ। ਆਓ 5-7 ਮਿੰਟ ਜਿਤਨੇ ਸਮਾਂ ਰੱਬ ਨੇ ਬਖਸ਼ਿਸ਼ ਕੀਤਾ ਹੈ, ਲੜੀਵਾਰ ਪਾਵਨ ਸ਼ਬਦ ਵਿਚਾਰ 680 ਅੰਗ ਤੇ ਧਨਾਸਰੀ ਮਹੱਲਾ ਪੰਜਵਾਂ। ਆਪਣੇ ਉਕਤ ਖਿਲਾਵੈ ਭੋਜਨ, ਆਪਣੀ ਉਕਤ ਖੇ ਲਾਵੈ। ਆਓ ਇਸ ਸ਼ਬਦ ਦੀ ਵਿਚਾਰ ਸਰਵਣ ਕਰਨ ਲਈ ਸਾਰੇ ਗੁਰੂ ਕੇ ਪਿਆਰੇ ਆਪਣੇ ਮਨ ਨੂੰ ਇਕਾਗਰ ਕਰੀਏ ਅਤੇ ਸ਼ਰਧਾ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾ। ਆਪਣੀ ਉਕਤ ਖਲਾਵੈ ਭੋਜਨ, ਆਪਣੀ ਉਕਤ ਖਿਲਾਵੈ। ਰੱਬ ਜੀ ਇਹ ਤੁਹਾਡੀ ਬਖਸ਼ਿਸ਼ ਹੈ। ਤੁਸੀਂ ਆਪਣੇ ਤਰੀਕੇ ਨਾਲ, ਆਪਣੇ ਢੰਗ ਨਾਲ, ਆਪਣੀ ਬਾਣੀ ਨਾਲ ਸਭ ਨੂੰ ਕੁਝ ਖਵਾ ਰਹੇ ਹੋ। ਖਿਲਾਵੈ ਭੋਜਨ, ਕਿਸੇ ਨੂੰ ਕੁਝ ਖਵਾਉਂਦੇ ਹੋ ਨਾ, ਇਹ ਤੁਹਾਡਾ ਤਰੀਕਾ ਹੈ ਪਾਤਸ਼ਾਹ। ਕਿਸੇ ਨੂੰ ਬਾਣੀ ਨਾਲ ਜੋੜਦੇ ਹੋ, ਇਹ ਤੁਹਾਡੀ ਬਖਸ਼ਿਸ਼ ਹੈ ਪਾਤਸ਼ਾਹ। ਆਪਣੀ ਉਗਤ ਖਿਲਾਵੈ, ਖਿਲਾਉਂਦਾ ਕਹਿੰਦੇ ਛਕਾਉਂਦਾ ਹੈ। ਸਭ ਨੂੰ ਭੋਜਨ ਪ੍ਰਮਾਤਮਾ ਛਕਾ ਰਿਹਾ, ਦੇਣ ਵਾਲਾ ਉਹੀ ਖਾਲਸਾ ਜੀਓ। ਆਪਣੀ ਉਕਤ ਖੇਲਾਵੈ, ਸਾਰੀ ਦੁਨੀਆ ਨੂੰ ਖੜਾਈ ਜਾ ਰਿਹਾ, ਖੜਾਈ ਜਾ ਰਿਹਾ। ਸਭ ਦੇ ਕੰਮਾਂ ਨੂੰ ਲਾਇਆ ਹੋਇਆ, ਇਹ ਕੰਮ ਕਰ, ਉਹ ਕੰਮ ਕਰ। ਇਹ ਉਹਦੀ ਯੁਕਤੀ ਹੈ, ਉਹਦੀ ਤਰੀਕਾ ਹੈ, ਉਹਦਾ ਢੰਗ ਹੈ। ਸਰਬ ਸੁਖ ਭੋਗ ਰਸ ਦੇਵੈ, ਮਨ ਹੀ ਨਾਲ ਸਮਾਵੈ। ਪਾਤਸ਼ਾਹ ਜੀ ਤੁਸੀਂ ਜਿਹਦੇ ਮਨ ਨਾਲ ਆਪ ਸਮਾਏ ਹੋਏ ਹੋ, ਮਨ ਵਿੱਚ ਅਭੇਦ ਹੋਏ ਹੋ, ਉਹਨੂੰ ਪਾਤਸ਼ਾਹ ਸਭ ਖੁਸ਼ੀਆਂ ਦਿੰਦੇ ਹੋ। ਗੱਲ ਤਾਂ ਰੱਬ ਜਿਹਦੇ ਨਾਲ ਜੁੜਿਆ ਹੋਇਆ ਖਾਲਸਾ ਜੀ। ਜਿਹੜਾ ਮਨ ਬਾਣੀ ਕਰਕੇ ਰੱਬ ਨਾਲ ਜੁੜਿਆ ਹੋਇਆ ਨਾ, ਉਹਨੂੰ ਖਵਾਉਣ ਵਾਲਾ ਵੀ ਪ੍ਰਮਾਤਮਾ ਹੈ। ਆਮ ਕਹਿੰਦੇ ਸਾਨੂੰ ਅੱਜ ਕੱਲ੍ਹ ਤੰਗੀ ਬੜੀ ਹੈ ਜੀ, ਬੜਾ ਕੰਮ ਔਖਾ ਚੱਲਦਾ ਹੈ। ਭਾਈ ਬਾਣੀ ਨਾਲ ਜੁੜੋ, ਸਾਰੇ ਜੁੜੀਏ, ਮੇਰੇ ਸਮੇਤ ਜੁੜਾਂਗੇ ਬਾਣੀ ਨਾਲ। ਆਪੇ ਰੱਬ ਰੋਜੀ ਰੋਟੀ ਦੇਵੇਗਾ, ਆਪੇ ਰੱਬ ਸਾਰੇ ਧੰਦੇ ਚਲਾਵੇਗਾ, ਆਪੇ ਰੱਬ ਕੀ ਦੇਵੇਗਾ? ਸਰਬ ਸੁਖ, ਸਾਰੇ ਸੁਖ ਦੇਵੇਗਾ। ਭੋਗ ਰਸ ਦੇਵੈ, ਖਾਣ ਪੀਣ ਨੂੰ ਖੁੱਲੇ ਰਸ ਦੇਵੇਗਾ ਖਾਲਸਾ ਜੀਓ। ਆਪਣਾ ਪਰਮਾਤਮਾ ਆਪਣੇ ਨਾਲ ਜੋੜ ਕੇ ਨਾ ਅਭੇਦ ਕਰ ਲਵੇਗਾ ਸਾਰਿਆਂ ਨੂੰ। ਹਮਰੇ ਪਿਤਾ
ਗੋਪਾਲ ਦਇਆਲ ਐ ਮੇਰੇ ਪਿਤਾ, ਤੁਸੀਂ ਸਾਰਿਆਂ ਦੇ ਪਿਤਾ ਹੋ। ਆਖੋ ਸਤਨਾਮ। ਹਮਰੇ ਕਹਿੰਦੇ ਸਾਡੇ ਸਾਰਿਆਂ ਦੇ। ਕੌਣ ਹੈ? ਅਕਾਲ ਪੁਰਖ ਪ੍ਰਮਾਤਮਾ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਐ ਮੇਰੇ ਪ੍ਰਮਾਤਮਾ ਤੁਸੀਂ ਗੋਪਾਲ, ਸਾਰੀ ਧਰਤੀ ਨੂੰ ਪਾਲਣ ਵਾਲੇ ਦਿਆਲੂ ਸਰੂਪ ਹੋ। ਜਿਉ ਰਾਖੈ ਮਹਤਾਰੀ ਬਾਰਕ ਕੋ, ਤੈਸੇ ਹੀ ਪ੍ਰਭ ਪਾਲ। ਮਹਤਾਰੀ ਕਹਿੰਦੇ ਮਾਂ, ਮਾਂ ਦੀ ਬਸ ਘਟਨਾ ਮਾਂ ਹੀ ਹੈ। ਕੁਝ ਦਿਨ ਪਹਿਲਾਂ ਕਿਤੇ ਦਾਸ ਬੈਠਾ ਸੀ, ਕਮਰਾ ਬੰਦ, ਬਾਹਰੋਂ ਇੱਕ ਆਵਾਜ਼ ਆਈ ਬੱਚੇ ਦੀ। ਬੱਚੇ ਦੇ ਸ਼ਬਦ ਮਾਂ, ਪਰ ਕੀ ਧੁਨੀ ਸੀ ਬੱਚੇ ਦੇ ਸ਼ਬਦਾਂ ਵਿੱਚ, ਬਸ ਉਹ ਬੱਚਾ ਹੀ ਜਾਣਦਾ ਹੋਵੇਗਾ। ਕੁਦਰਤੀ ਹੈ, ਪਤਾ ਰੱਬ ਨੇ ਕੀ ਦਾਤ ਪਾਈ, ਬੱਚੇ ਦੇ ਮਾਂ ਨਾਲ ਸੰਬੰਧ ਜੋੜਿਆ। ਉਹ ਧੁਨੀ ਜਦੋਂ ਕਿਸੇ ਦੇ ਅੰਦਰ ਜਾਂਦੀ ਹੈ ਖਾਲਸਾ ਜੀ, ਸਿੱਧਾ ਖਾਲਸਾ ਜੀ, ਬਸ ਉਹਦੀ ਤਾਰਾਂ ਜੁੜ ਜਾਂਦੀਆਂ। ਤਾਂ ਹੀ ਪਾਤਸ਼ਾਹ ਕਹਿੰਦੇ ਤੁਸੀਂ ਮੇਰੀ ਮਾਂ ਹੋ ਰੱਬ ਜੀ, ਦੁਨਿਆਵੀ ਮਾਂ ਵੀ। ਤੁਸੀਂ ਇਹਦੇ 'ਚ ਹੀ ਬੈਠੇ ਹੋਏ ਹੋ ਪਾਤਸ਼ਾਹ। ਮਾਸ਼ਾ ਨੇ ਕਹਿ ਲਓ ਤਰਤੀਕਾ ਦੱਸਿਆ, ਤਰਤੀਬ ਵੀ ਜਿਵੇਂ ਮਾਂ ਪੁੱਤਰ ਦਾ ਸੰਬੰਧ ਹੈ, ਪਿਆਰ ਹੈ, ਸਨੇਹ ਹੈ, ਦਿਲਾਂ ਦੇ ਦਿਲ ਤਾਰ ਜੁੜੇ ਹੁੰਦੇ ਖਾਲਸਾ ਜੀ। ਇਸੇ ਤਰ੍ਹਾਂ ਜਿਉਂ ਰਾਖੈ, ਜਿਵੇਂ ਰਕਸ਼ਾ ਕਰਦੀ ਹੈ ਮਾਂ, ਮਹਤਾਰੀ ਆਪਣੇ ਬੱਚੇ ਦੀ ਰਕਸ਼ਾ ਕਰਦੀ, ਇਸੇ ਤਰ੍ਹਾਂ ਤੁਸੀਂ ਵੀ ਰੱਬ ਜੀ ਸਾਰੀ ਦੁਨੀਆ ਨੂੰ ਪਾਲਣ ਵਾਲੇ ਹੋ। ਜੇ ਰੱਬ ਨਾਲ ਜੁੜਾਂਗੇ ਤੇ ਕਦੀ ਭੁੱਖਾ ਨਹੀਂ ਰਹਿਣ ਦੇਵੇਗਾ ਖਾਲਸਾ ਜੀ। ਜੇ ਮਾਂ ਦਾ ਸਤਿਕਾਰ ਕਰਾਂਗੇ ਤੇ ਮਾਂ ਅਸੀਸਾਂ ਵੀ ਦੇਵੇਗੀ, ਬਚਾ ਵੀ ਲੈਂਦੀ ਹੈ। ਕਿਤਨੇ ਦੁੱਖ ਹੋਵੇ ਮਾਂ ਛਾਤੀ ਨਾਲ ਜੋੜ ਲੈਂਦੀ ਖਾਲਸਾ ਜੀ। ਇਸੇ ਤਰ੍ਹਾਂ ਕਿਤਨੇ ਦੁੱਖ ਮਿਲਣ, ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਆ ਜਾ ਭਾਈ ਮੇਰੇ ਕੋਲ ਆ ਜਾ, ਕੋਈ ਦੁੱਖ ਨਹੀਂ ਮਿਲੇਗਾ। ਰਹਾਓ ਵਿਸ਼ਰਾਮ ਦੇ ਕੇ ਅਗਾਂਹ ਬਿਆਨ ਕਰਦੇ ਹਨ। ਮੀਤ ਸਾਜਨ ਸਰਬ ਗੁਣ ਨਾਇਕ, ਸਦਾ ਸਲਾਮਤ ਦੇਵਾ। ਜਿਵੇਂ ਪ੍ਰਮਾਤਮਾ ਮਾਤਾ ਹੈ, ਉਸੇ ਤਰ੍ਹਾਂ ਮਿੱਤਰ ਵੀ ਹੈ, ਸਾਜਨ ਵੀ ਹੈ, ਸਰਬ ਗੁਣ ਨਾਇਕ, ਸਾਰੇ ਗੁਣਾਂ ਦਾ ਪ੍ਰਮਾਤਮਾ ਦਾਤਾ ਵੀ ਹੈ, ਨਿਯੰਤਾ ਵੀ ਹੈ, ਗੁਣ ਦੇਣ ਵਾਲਾ ਵੀ ਹੈ। ਸਦਾ ਸਲਾਮਤ ਦੇਵਾ, ਹਮੇਸ਼ਾ ਰਹਿਣ ਵਾਲਾ ਦਿਵਯ ਰੂਪ ਅਕਾਲ ਪੁਰਖ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੇਵਾ ਕਹਿੰਦੇ ਦਿਵਯ ਰੂਪ, ਪ੍ਰਕਾਸ਼ ਰੂਪ ਅਕਾਲ ਪੁਰਖ ਪਰਮਾਤਮਾ ਹੈ। ਈਤ ਊਤ ਜਤ ਕਤ ਤਤ ਤੁਮ ਹੀ, ਮਿਲੈ ਨਾਨਕ ਸੰਤ ਸੇਵਾ। ਇੱਥੇ ਉੱਥੇ ਜਿੱਥੇ ਕਿੱਥੇ ਪਾਤਸ਼ਾਹ ਤੁਸੀਂ ਹੋ, ਤੁਸੀਂ ਹੋ। ਪਰ ਤੁਸੀਂ ਕਿਵੇਂ ਮਿਲਦੇ ਹੋ? ਸਾਧ ਸੰਗਤ ਦੀ ਸੇਵਾ ਕਰਕੇ, ਸਾਧੂ ਮਹਾਂਪੁਰਸ਼ਾਂ ਦੀ ਸੇਵਾ ਕਰਕੇ। ਸਾਧੂ ਕੈਸਾ ਹੋਵੇ ਉਹ ਦੱਸਣਗੇ ਇਸ ਤੋਂ ਅਗਲੇ ਸ਼ਬਦ ਵਿੱਚ। ਸਾਧੂ ਵੀ ਕੈਸਾ ਹੋਵੇ? ਸਾਧੂ ਅੱਜ ਕੱਲ੍ਹ ਖਾਲਸੇ ਬਹੁਤ ਹਨ, ਪਰ ਅਸਲ ਸਾਧੂ ਜਿਹੜੇ ਬਾਣੀ ਨਾਲ ਜੁੜੇ ਹੋਏ, ਨਾਮ ਰਸ ਨਾਲ ਜੁੜੇ ਹੋਏ, ਇਹੀ ਹਨ। ਬਸ ਧਿਆਨ ਰੱਖਣਾ। ਐਵੇਂ ਸਾਧੂ ਅਸੀਂ ਬੜੇ ਲਿਬਾਸ ਦਾ ਨਾਮ ਸਾਧੂ ਨਹੀਂ, ਇਹ ਗੁਰੂ ਕੀ ਸੰਗਤ ਹੀ ਹੈ। ਜਿੱਥੇ ਖਾਲਸਾ ਜੀ ਰੱਬ ਆਪ ਵਸਦਾ ਹੈ ਤੇ ਰੱਬ ਆਪ ਹੀ ਸਾਧੂ, ਗੁਰੂ ਮਹਾਰਾਜ ਸਾਧੂ, ਜਿਹੜੇ ਬਾਣੀ ਨਾਲ ਜੁੜੇ ਹੋਏ ਸਾਧੂ ਸੁਭਾਅ ਵਾਲੇ, ਉਹ ਸਾਧੂ ਹਨ। ਤੇ ਐਸੇ ਸਾਧੂਆਂ ਦੀ ਸੰਗਤ ਕਰੀਏ, ਸਾਰੀ ਖੁਸ਼ੀਆਂ ਮਿਲਣਗੀਆਂ, ਚੜ੍ਹਦੀ ਕਲਾ ਪਰਮਾਤਮਾ ਆਪ ਸਭ ਨੂੰ ਦਵੇ। ਇਤਨੀਆਂ ਬੇਨਤੀਆਂ ਪ੍ਰਵਾਨ। ਫਿਰ ਆਪ ਸਮੂਹ ਸੰਗਤਾਂ ਨੂੰ ਖਾਲਸਾ, ਅੱਜ ਪੰਚਮੀ ਦਾ ਦਿਹਾੜਾ ਹੈ, ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਆਪ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹੋ। ਸਾਡੇ ਸਭ ਦੇ ਦੁੱਖ ਪਰਮਾਤਮਾ ਦੂਰ ਕਰਨ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ, ਹਾਥ ਦੇ ਰਾਖੇ ਆਪਣੇ ਕੋ, ਸਾਸ ਸਾਸ ਪ੍ਰਤਪਾਲੇ, ਪ੍ਰਭ ਸਿਉ ਲਾਗ ਰਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ ਰਹਾਓ। ਇਹ ਪਾਤਸ਼ਾਹ ਸਭ ਤੇ ਬਖਸ਼ਿਸ਼ ਕਰਨ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਅੱਖਰਵਾਦ ਘਾਟ ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ